ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦ ਸਿੱਖ ਵਿਊ ਪੁਆਇੰਟ ਚੈਨਲ ਦੇਖ ਰਹੀ ਸੰਗਤ ਦਾ ਬਹੁਤ ਨਿੱਘਾ ਸਵਾਗਤ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਪਿਛਲੇ ਦਿਨੀ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਲਿਖੀ ਹੋਈ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਆਉਂਦੀ ਹੈ। ਆਉਂਦਿਆਂ ਸਾਰੀ ਇਹ ਕਿਤਾਬ ਬਹੁਤ ਮਕਬੂਲ ਹੁੰਦੀ ਹੈ ਤੇ ਬਹੁਤ ਵੱਡੀ ਤਾਦਾਦ ਵਿੱਚ ਸੰਗਤਾਂ ਵੱਲੋਂ ਪੜ੍ਹੀ ਤੇ ਸਰਾਹੀ ਜਾਂਦੀ ਹੈ। ਇਸ ਕਿਤਾਬ ਵਿੱਚ ਭਾਈ ਦਲਜੀਤ ਸਿੰਘ ਉਹਨਾਂ ਅਣਗੌਲਿਆਂ ਸਿੰਘਾਂ ਅਤੇ ਸਿੰਘਣੀਆਂ ਦਾ ਜ਼ਿਕਰ ਕਰਦੇ ਹਨ ਜੋ ਕਿ ਖਾੜਕੂ ਸੰਘਰਸ਼ ਵਿੱਚ ਭਾਵੇਂ ਉਹਨਾਂ ਨੇ ਉਹਨਾਂ ਦਾ ਨਾਂ ਵੱਡੇ ਹਰਫਾਂ ਵਿੱਚ ਨਾ ਲਿਖਿਆ ਜਾਂਦਾ ਹੋਵੇ, ਪਰ ਉਹਨਾਂ ਦੀ ਕਮਾਈ ਅਤੇ ਉਹਨਾਂ ਦਾ ਯੋਗਦਾਨ ਕਿਸੇ ਪਾਸਿਓਂ ਘੱਟ ਨਹੀਂ ਸੀ। ਇਸੇ ਕਿਤਾਬ 'ਤੇ ਅੱਜ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਅਜਮੇਰ ਸਿੰਘ, ਜਿਨ੍ਹਾਂ ਤੋਂ ਅਸੀਂ ਇਸ ਕਿਤਾਬ ਬਾਰੇ ਉਹਨਾਂ ਦਾ ਪ੍ਰਤੀਕਰਮ ਲਵਾਂਗੇ। ਸਾਰਿਆਂ ਨਾਲੋਂ ਪਹਿਲਾਂ ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਵੱਲੋਂ ਕਿਤਾਬ ਆਉਂਦੀ ਹੈ ਜੋ ਕਿ ਬਹੁਤ ਮਕਬੂਲ ਹੋ ਰਹੀ ਹੈ ਅਤੇ ਬਹੁਤ ਪੜ੍ਹੀ ਅਤੇ ਸਰਾਹੀ ਜਾ ਰਹੀ ਹੈ। ਸਾਰਿਆਂ ਨਾਲੋਂ ਪਹਿਲਾ ਸਵਾਲ ਮੇਰਾ ਆਪ ਜੀ ਨੂੰ ਇਹੀ ਹੋਊਗਾ ਕਿ ਉਹ ਕਿਤਾਬ ਆਪ ਜੀ ਨੇ ਵੀ ਪੜ੍ਹੀ ਹੈ। ਹਾਂਜੀ, ਤੁਹਾਡਾ ਪਹਿਲਾ ਪ੍ਰਤੀਕਰਮ ਕੀ ਹੈ? ਦੇਖੋ, ਪਹਿਲਾ ਪ੍ਰਤੀਕਰਮ ਜਿਹੜਾ ਨਾ ਉਹ ਇਹ ਹੈ ਕਿ ਲੇਖਕ ਅਤੇ ਉਹਦੀ ਰਚਨਾ, ਇਹਨਾਂ ਦੋਹਾਂ 'ਚ ਬੜਾ ਗੂੜ੍ਹਾ ਸੰਬੰਧ ਹੁੰਦਾ। ਕਹਿਣ ਤੋਂ ਭਾਵ ਇਹ ਕਿ ਰਚਨਾ ਦੇ ਵਿੱਚੋਂ ਤੁਸੀਂ ਲੇਖਕ ਨੂੰ ਸਮਝ ਸਕਦੇ ਹੋ, ਉਹਦੀ ਲਿਖਤ 'ਚੋਂ। ਅਤੇ ਜੇ ਤੁਹਾਨੂੰ ਲੇਖਕ ਬਾਰੇ ਪਤਾ ਹੈ ਚੰਗੀ ਤਰ੍ਹਾਂ, ਉਹਦੀ ਸ਼ਖਸੀਅਤ ਬਾਰੇ, ਤਾਂ ਉਹਦੇ ਰਾਹੀਂ ਤੁਸੀਂ ਉਹਦੀ ਲਿਖਤ ਨੂੰ ਵੀ ਹੋਰ ਵੱਧ ਚੰਗੀ ਤਰ੍ਹਾਂ ਸਮਝ ਸਕਦੇ ਹੋ। ਸੋ ਇਹ ਦੋਵੇਂ ਚੀਜ਼ਾਂ ਦਾ ਬੜਾ ਗੂੜ੍ਹਾ ਸੰਬੰਧ ਆਪਸ ਵਿੱਚ ਹੀ। ਸੋ ਇੱਕ ਤਾਂ ਇਹ ਕਿਤਾਬ ਸਭ ਨੂੰ ਹੀ ਮਤਲਬ ਪਤਾ ਹੈ ਕਿ ਬਿਲਕੁਲ ਲੀਹ ਨਾਲੋਂ ਹਟਵੀਂ ਹੈ। ਲੀਹ ਨਾਲੋਂ ਹਟਵੀਂ ਇਹ ਕਿ ਜਦੋਂ ਲਹਿਰ ਦੀ ਗੱਲ ਹੁੰਦੀ ਹੈ, ਕਿਤੇ ਲਹਿਰ ਵਾਲੇ ਲਿਖਿਆ ਜਾਂਦਾ ਹੈ, ਇਸ ਤਰ੍ਹਾਂ ਉਹਦੀ ਸ਼ੁਰੂਆਤ ਨਹੀਂ ਕੀਤੀ ਜਾਂਦੀ ਜਿਵੇਂ ਭਾਈ ਦਲਜੀਤ ਸਿੰਘ ਨੇ ਕੀਤੀ ਹੈ ਕਿ ਪਹਿਲਾਂ ਬਿਲਕੁਲ ਹੀ ਜਿਹੜੇ ਅਣਗੌਲੇ, ਜਿਹਨੂੰ ਆਪਾਂ ਅਣਸੰਗ ਹੀਰੋਜ਼ ਕਹੀਏ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਲਹਿਰ ਦੇ ਵਿੱਚ, ਪਰ ਉਹਨਾਂ ਦੀ ਬਾਤ ਘੱਟ ਪੈਂਦੀ ਹੈ, ਜ਼ਿਕਰ ਵੀ ਨਹੀਂ ਆਉਂਦਾ, ਕਿਤੇ ਅਣਗੌਲੇ ਰਹਿ ਜਾਂਦੇ ਹੈ। ਉਹਨਾਂ ਦਾ ਜ਼ਿਕਰ ਤੋਰਨਾ ਅਤੇ ਗੱਲ ਉੱਥੋਂ ਸ਼ੁਰੂ ਕਰਨੀ, ਇਹ ਭਾਈ ਦਲਜੀਤ ਸਿੰਘ ਕਰ ਸਕਦਾ ਸੀ, ਕਿਉਂਕਿ ਉਹਦੀ ਇੱਕ ਵਿਲੱਖਣਤਾ, ਜਿਹੜੇ ਬੰਦੇ ਉਹਨੂੰ ਚੰਗੀ ਤਰ੍ਹਾਂ ਸਮਝਦੇ ਨੇ, ਜਾਣਦੇ ਨੇ। ਇੱਕ ਤਾਂ ਇਹ ਹੈ ਕਿ ਇਸ ਕੰਮ ਵਾਸਤੇ ਬੰਦਾ ਬਹੁਤ ਸੰਵੇਦਨਸ਼ੀਲ ਅਤੇ ਕੋਮਲ ਚਾਹੀਦਾ ਹੈ ਕਿ ਲਹਿਰ ਦੌਰਾਨ ਵਾਪਰੀ ਹਰ ਘਟਨਾ ਨੂੰ, ਹਰ ਗੱਲ ਨੂੰ ਉਹ ਦਿਲੋਂ ਮਹਿਸੂਸ ਕਿਵੇਂ ਕਰਦਾ। ਆਮ ਤੌਰ 'ਤੇ ਜਿਹੜੀ ਹਥਿਆਰਬੰਦ ਲਹਿਰ ਹੁੰਦੀ ਹੈ ਨਾ, ਉਹ ਬੰਦੇ ਨੂੰ ਕਾਫੀ ਕਰੂਰ ਅਤੇ ਖੁਰਦਰਾ ਜਿਹਾ ਬਣਾ ਦਿੰਦੀ ਹੈ, ਕਿਉਂਕਿ ਕੰਮ ਹੀ ਇਹੀ ਹੁੰਦਾ ਜੰਗ ਦਾ, ਜਿੱਥੇ ਮਾਰਨਾ ਅਤੇ ਮਰਾਉਣਾ ਇਹੀ ਚੱਲਦਾ ਹੁੰਦਾ ਹੈ। ਅਤੇ ਉਹਦੇ ਵਿੱਚੋਂ ਤੁਸੀਂ ਆਪਦਾ ਆਪ ਬਚਾ ਕੇ ਰੱਖ ਸਕਣਾ, ਨਾਟ ਇਨ ਦੀ ਫਿਜ਼ੀਕਲ ਸੈਂਸ, ਕਿ ਤੁਹਾਡੇ ਅੰਦਰੋਂ ਜਿਹੜੀ ਇਨਸਾਨੀਅਤ ਹੈ, ਜਿਹੜੀ ਕੋਮਲਤਾ ਹੈ, ਜਿਹੜੀ ਸੰਵੇਦਨਸ਼ੀਲਤਾ ਹੈ, ਉਹ ਨਾ ਮਰਨੀ। ਅਤੇ ਉਹ ਮਤਲਬ ਇਹ ਬਹੁਤ ਵੱਡੀ ਗੱਲ ਹੈ। ਅਤੇ ਜਿਹੜੇ ਬੰਦੇ ਭਾਈ ਦਲਜੀਤ ਸਿੰਘ ਨੂੰ ਜਾਣਦੇ ਆ, ਉਹਨਾਂ ਨੂੰ ਪਤਾ ਹੈ ਕਿ ਉਹ ਬਾਕੀ ਆਮ ਜਿਹੜੇ ਲਹਿਰ ਦੇ ਵਿੱਚ ਬੰਦੇ ਆਉਂਦੇ ਨੇ, ਉਹਨਾਂ ਨਾਲੋਂ ਉਹ ਬਹੁਤ ਹੀ ਵੱਖਰੀ ਕਿਸਮ ਦਾ ਬੰਦਾ। ਪਹਿਲੀ ਗੱਲ ਤਾਂ ਇਹਦੇ 'ਚ ਇਹ ਹੈ। ਦੂਜੀ ਗੱਲ, ਜਿਹੜੀ ਲਹਿਰ ਹੁੰਦੀ ਹੈ, ਖਾੜਕੂ ਲਹਿਰ ਜਾਂ ਜੁਝਾਰੂ ਲਹਿਰ, ਉਹਦੇ ਵਿੱਚ ਜਿਹੜੇ ਤਾਂ ਬੰਦੇ ਸ਼ੁਰੂ ਕਰਦੇ ਨੇ ਪਹਿਲਾਂ, ਉਹ ਗਿਣਤੀ ਦੇ ਬੰਦੇ ਹੁੰਦੇ ਆ, ਚੁਣਵੇਂ ਜੇ, ਗੱਲ ਸ਼ੁਰੂ ਤਾਂ ਉਹੀ ਕਰਦੇ ਅਤੇ ਉਹ ਬੜੇ ਸ਼ੁੱਧ ਹੁੰਦੇ ਆ ਬੰਦੇ।
ਪਰ ਕਈ ਵਾਰ ਜਿਹੜੀ ਖਾੜਕੂ ਲਹਿਰ ਹੈ ਉਹ ਇੱਕ ਵੱਡੀ ਵਿਸ਼ਾਲ ਧਾਰਾ ਜਾਂ ਵਹਿਣ ਦਾ ਰੂਪ ਵੀ ਇਖਤਿਆਰ ਕਰ ਜਾਂਦੀ ਹੈ। ਜਨਤਕ, ਇੱਕ ਤਰ੍ਹਾਂ ਦਾ ਜਨਤਕ ਖਾਸਾ ਇਖਤਿਆਰ ਕਰ ਜਾਂਦੀ ਹੈ। ਜਦੋਂ ਉਹ ਇਸ ਤਰ੍ਹਾਂ ਦਾ ਖਾਸਾ ਇਖਤਿਆਰ ਕਰਦੀ ਹੈ ਉਦੋਂ ਉਹਦੀ ਉਨੀ ਸ਼ੁੱਧਤਾ ਨਹੀਂ ਰਹਿੰਦੀ। ਇਹ ਨੈਚੁਰਲ ਹੈ। ਜਿਵੇਂ ਆਪਾਂ ਦਰਿਆ ਦੀ ਉਦਾਹਰਨ ਦਿੰਦੇ ਹਾਂ ਨਾ, ਕਿ ਦਰਿਆ ਜਦੋਂ ਨੋਰਮਲ ਸਮਿਆਂ 'ਚ ਵਗਦਾ ਹੈ ਉਹਦੀ ਧਾਰਾ ਛੋਟੀ ਹੁੰਦੀ ਹੈ ਤੇ ਬੜੀ ਨਿਰਮਲ ਹੁੰਦੀ ਹੈ। ਪਰ ਜਦੋਂ ਉਹਦੇ 'ਚ ਹੜ੍ਹ ਆਉਂਦਾ ਹੈ, ਕਿਨਾਰਿਆਂ ਤੋਂ ਉਛਲਦਾ, ਬਾਹਰ ਤੱਕ ਜਾਂਦਾ ਹੈ, ਉਹ ਬੜੇ ਕੁਛ ਨੂੰ ਆਪਦੇ ਨਾਲ ਵਹਾ ਕੇ ਲੈ ਜਾਂਦਾ ਹੈ। ਉਹ ਜੋ ਕੁਛ ਬਾਹਰੋਂ ਹੋਰ ਨੂੰ ਲਿਆਉਂਦਾ ਹੈ ਉਹਨੇ ਉਨਾ ਚਿਰ ਹੀ ਚੱਲਣਾ ਹੁੰਦਾ ਜਿੰਨਾ ਚਿਰ ਉਹਦਾ ਇੱਕ ਵੇਗ ਬਣਿਆ ਹੋਇਆ ਹੈ। ਉਦੋਂ ਬਾਅਦ ਉਹਨਾਂ ਨੇ ਕਿਨਾਰਿਆਂ 'ਤੇ ਕਿਤੇ ਜਾਂ ਤਾਂ ਡਿੱਗ ਪੈਣਾ ਹੁੰਦਾ। ਅਤੇ ਉਹਦਾ ਆਪਾਂ ਦੇਖਿਆ ਜਦੋਂ ਵੀ ਹੜ੍ਹ ਆਊਗਾ ਪਾਣੀ ਦੇ ਵਿੱਚ ਉਦੋਂ ਉਹ ਓਨਾ ਨਿਰਮਲ ਨਹੀਂ ਰਹਿੰਦਾ, ਉਹਦੇ ਵਿੱਚ ਗੰਧਾਲ ਕਾਫੀ ਆ ਜਾਂਦਾ। ਸੋ ਇਹ ਜਿਹੜੀ ਭਾਈ ਦਲਜੀਤ ਸੂਰਿਆਂ ਦਾ ਤੁਸੀਂ ਕਿਤਾਬ ਦੇ ਵਿੱਚ ਵੀ ਦੇਖੋਗੇ, ਅਤੇ ਜਿਵੇਂ ਕਿ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਉਹ ਇਹਨੂੰ ਲੜੀਵਾਰ ਲਿਖ ਰਹੇ ਨੇ, ਹੋਰ ਗੱਲਾਂ ਵੀ ਬਹੁਤ ਲਿਆਉਣਗੇ, ਉੱਥੋਂ ਵੀ ਪਤਾ ਲੱਗੂ। ਅਤੇ ਸਾਨੂੰ ਕੁਛ ਹੱਦ ਤੱਕ ਪਤਾ ਹੈ ਕਿ ਜਿਹੜੀ ਇਹ ਧਾਰਾ ਸੀ, ਕਿਉਂਕਿ ਵੱਖ-ਵੱਖ ਧੜੇ ਸੀ ਲਹਿਰ ਦੇ ਵਿੱਚ, ਹੁੰਦੇ ਹਮੇਸ਼ਾ ਹੀ, ਪਰ ਇਹ ਜਿਹੜੀ ਧਾਰਾ ਸੀਗੀ ਇਹ ਬਹੁਤ ਸ਼ੁੱਧ ਧਾਰਾ ਸੀ। ਇਸੇ ਲਿਖਤ ਤੋਂ ਵੀ ਪਤਾ ਲੱਗਦਾ। ਉਦਾਹਰਨ ਦੇ ਤੌਰ 'ਤੇ ਜੇ ਤੁਸੀਂ ਉਹ ਪੜ੍ਹੋ ਸ਼ੰਭੂ ਦੀ ਗੱਲ, ਮੁੰਡੇ ਦੀ, ਵੀ ਜਦੋਂ ਇਹ ਭਾਰਤ ਨਗਰ ਚੌਕ 'ਚ ਡਾਕਾ ਮਾਰਦੇ ਨੇ, ਬੜੇ ਸ਼ੁਰੂ 'ਚ ਦੇ ਦੌਰ ਦੀ ਗੱਲ ਹੈ, ਅਤੇ ਉੱਥੇ ਮਤਲਬ ਵੀ ਕੋਈ ਬੰਦਾ ਉਂਝ ਕੋਈ ਚੀਜ਼ਾਂ ਵੇਚਣ ਵਾਲਾ ਬੈਠਾ, ਝੁੱਗੀ ਵਾਲਾ, ਝੁੱਗੀ ਝੋਪੜੀ ਵਾਲੇ ਜਿਵੇਂ ਮੁੰਡੇ ਹੁੰਦੇ ਨੇ, ਅਤੇ ਉੱਥੇ ਟਾਈਮ ਜ਼ਿਆਦਾ ਲੱਗ ਜਾਂਦਾ ਬੈਂਕ ਦੇ ਡਾਕੇ ਨੂੰ, ਅਤੇ ਉਹ ਦੇਖ ਰਿਹਾ ਅਤੇ ਉਹਨੂੰ ਕਿਤੇ ਇਹ ਮਹਿਸੂਸ ਹੋ ਜਾਂਦਾ ਵੀ ਇਹ ਕੋਈ ਬੰਦੇ ਆਮ ਨਹੀਂ। ਉਹ ਫਿਰ ਜਿਹੜੇ ਬੰਦੇ ਬਾਹਰ ਖੜ੍ਹੇ ਹੁੰਦੇ ਨੇ ਦੂਜਿਆਂ 'ਤੇ ਨਿਗਰਾਨੀ ਰੱਖਣ ਵਾਸਤੇ, ਉਹ ਉਹਨਾਂ ਵੱਲ ਦੇਖਦਾ ਰਿਹਾ, ਅਤੇ ਦੇਖਦਾ ਰਿਹਾ, ਕਿਤੇ ਨਾ ਕਿਤੇ ਉਹਨੂੰ ਇਹ ਗੱਲ ਲੱਗ ਗਈ ਕਿ ਇਹ ਕੋਈ ਖਾਸ ਬੰਦੇ ਆ। ਉਹਦੀ ਰੁਚੀ ਪੈਦਾ ਹੋ ਗਈ, ਅਤੇ ਮੁੜ ਕੇ ਮਾਥਰਾ ਸਿੰਘ ਨੂੰ ਉਹਨੇ ਪਛਾਣ ਲਿਆ ਕਿਤੇ ਰੇਲਵੇ ਸਟੇਸ਼ਨ 'ਤੇ ਲੁਧਿਆਣੇ ਦੇ 'ਤੇ। ਚਲੋ ਉਹ ਜਦੋਂ ਉਹਦੇ ਵੱਲ ਦੇਖੀ ਗਿਆ ਅਤੇ ਇਹਨੇ ਪੁੱਛ ਲਿਆ ਉਹਨੂੰ, ਅਤੇ ਉਹਨੇ ਦੱਸਿਆ ਵੀ ਮੈਂ ਪਤਾ ਲੱਗ ਗਿਆ। ਅਲਟੀਮੇਟਲੀ ਉਹਦੀ ਕਿਤਾਬ ਦੇ ਵਿੱਚ ਵੀ ਦੇਖਿਆ ਕਿ ਉਹਨੂੰ ਘਰ ਤਾਂ ਉਹਦਾ ਹੈ ਹੀ ਨਹੀਂ, ਝੌਂਪੜੀ ਹੈ ਰੇਲਵੇ ਟਰੈਕ ਦੇ ਉੱਤੇ ਹੀ, ਬਹੁਤ ਗਰੀਬ ਹੈ। ਸੋ ਮਥੁਰਾ ਸਿੰਘ ਵਰਗੇ ਬੰਦੇ ਜਿਹੜੇ ਏਡੇ ਵੱਡੇ ਯੋਧੇ ਸੀ, ਸੂਰਮੇ ਸੀ, ਉਹ ਹੁਣ ਜੇ ਇੱਕ ਝੌਂਪੜੀ ਵਾਲੇ ਮੁੰਡੇ ਨਾਲ ਤੁਰ ਪੈਂਦਾ ਅਤੇ ਉੱਥੇ ਝੌਂਪੜੀ 'ਚ ਆਪਦਾ ਅੱਡਾ ਬਣਾ ਲੈਂਦਾ, ਅੱਡਾ ਵੀ ਐਡਾ ਜ਼ਬਰਦਸਤ ਵੀ ਉੱਥੇ ਆਪਦੇ ਹਥਿਆਰ ਰੱਖਣੇ, ਰਾਤਾਂ ਕੱਟਣੀਆਂ ਲਗਾਤਾਰ, ਅਤੇ ਇਹ ਇਸ ਤਰ੍ਹਾਂ ਆਪਦੇ ਆਪ ਨੂੰ ਜੋੜ ਲੈਣਾ ਉਹਨਾਂ ਨਾਲ, ਇਹ ਇੱਕ ਵੱਖਰੀ ਤਰ੍ਹਾਂ ਦੀ ਕੁਆਲਿਟੀ ਹੈ, ਆਮ ਤੌਰ 'ਤੇ ਹੁੰਦੀ ਨਹੀਂ। ਬੰਦੇ ਬੜੇ ਰੋਹਬ ਤਾਬ ਨਾਲ ਰਹਿੰਦੇ ਹੁੰਦੇ ਨੇ, ਚੰਗੇ ਭਲੇ ਸਿੱਖਾਂ ਦੇ ਘਰਾਂ 'ਚ ਵੀ ਅਸੀਂ ਜੁਝਾਰੂ ਹਾਂ। ਜਦੋਂ ਬੰਦਾ ਬੰਦੂਕ ਚੁੱਕਦਾ ਨਾ, ਉਹਦੇ 'ਚ ਇੱਕ ਐਰੋਗੈਂਸ ਜੀ ਆਉਂਦੀ ਹੈ, ਖਾਸ ਸੈਂਸ ਆਫ ਸੁਪੀਰੀਅਰਿਟੀ, ਵੀ ਬਾਕੀ ਕੀ ਨੇ ਤਾਂ ਕੁਛ ਵੀ ਨਹੀਂ। ਇੱਕ ਬਿਲਕੁਲ ਹੀ ਗਰੀਬ ਝੌਂਪੜੀ ਵਾਲੇ ਮੁੰਡੇ ਨੂੰ ਮਤਲਬ ਆਪਣਾ ਬਣਾ ਲੈਣਾ, ਅਤੇ ਉੱਥੇ ਇੰਨਾ ਅਸਰ ਪਾ ਦੇਣਾ, ਅਤੇ ਉੱਥੇ ਜਗ੍ਹਾ ਬਣਾ ਲੈਣੀ ਪਰਿਵਾਰ 'ਚ, ਅਤੇ ਜਦੋਂ ਪਤਾ ਵੀ ਉਹਨਾਂ ਨੂੰ ਇਹ ਬੜਾ ਖਤਰਨਾਕ ਕੰਮ ਕਰ ਰਹੇ ਨੇ। ਇਹ ਜਿਹੜਾ ਗੁਣ ਹੈ ਨਾ, ਇਹ ਕੋਈ ਸਧਾਰਨ ਗੁਣ ਨਹੀਂ। ਅਤੇ ਇਹਨਾਂ ਦੇ ਮੇਰਾ ਖਿਆਲ ਅਨੇਕਾਂ ਕਿੱਸੇ, ਹੁਣ ਜਿੰਦਾ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਕਿੱਡਾ ਵੱਡਾ ਉਹ ਮਤਲਬ ਸੀਗਾ, ਕਿਸ ਕਿਸਮ ਦੇ ਉਹਨਾਂ ਨੇ ਐਕਸ਼ਨ ਕੀਤੇ ਨੇ, ਅਤੇ ਹੁਣ ਕੋਮਲਤਾ ਉਹਦੇ 'ਚ ਇੰਨੀ ਹੈ, ਜਾਂ ਵੀ ਉਹਨੂੰ ਕਾਰ 'ਚ ਬਿਠਾ ਕੇ ਸ਼ੰਭੂ ਨੂੰ, ਮਰੂਤੀ ਹੁੰਦੀ ਸੀ ਉਦੋਂ, ਨਵੀਂ ਨਵੀਂ ਆਈ ਸੀ, ਅਤੇ ਉਹਦੇ 'ਚ ਸ਼ਹਿਰ 'ਚ ਗੇੜਾ ਦਵਾਉਣਾ, ਜਿਵੇਂ ਬੱਚੇ ਨੂੰ ਗੇੜਾ ਦਵਾਈ ਦਾ। ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਵੱਡੀਆਂ ਹਨ, ਦੇਖ ਉਂਝ ਛੋਟੀਆਂ, ਪਰ ਇਹਦੇ 'ਚੋਂ ਕਰੈਕਟਰ ਰਿਵੀਲ ਹੁੰਦਾ ਹੈ, ਕੁਆਲਿਟੀ ਆਫ ਕਰੈਕਟਰ।
ਸੋ ਇਸ ਤਰ੍ਹਾਂ ਮਤਲਬ ਵੀ ਜਿਹੜੀ ਇਹ ਸਾਰੀ ਲਿਖਤ ਦੇ ਵਿੱਚੋਂ ਤੁਹਾਨੂੰ ਭਾਈ ਦਲਜੀਤ ਸਿੰਘ ਤੇ ਉਹਨਾਂ ਦੇ ਪੂਰੇ ਜਿਹੜਾ ਧੜਾ ਬਣਦਾ ਹੈ, ਜਿਹਦੇ 'ਚ ਦੂਜੇ ਧੜਿਆਂ ਦੇ ਬੰਦੇ ਵੀ ਹੈ। ਕਿਉਂਕਿ ਇੱਕ ਖੂਬੀ ਇਹਨਾਂ ਦੀ ਇਹ ਸੀ ਕਿ ਇਹਨਾਂ ਨੇ ਧੜਿਆਂ ਤੋਂ ਵੀ ਟਰਾਂਸੈਂਡ ਕੀਤਾ ਸੀ। ਹੁਣ ਭਾਈ ਅਨੋਖ ਸਿੰਘ ਤੇ ਸੁਲੱਖਣ ਸਿੰਘ ਉਹ ਬੱਬਰ ਖਾਲਸਾ ਦੇ ਸੀ, ਉਹਨਾਂ ਨਾਲ ਕਿੰਨਾ ਗੂੜਾ ਰਿਸ਼ਤਾ ਇਹਨਾਂ ਦਾ। ਫਿਰ KCF ਹੈ, KLF ਹੈ, BTF ਹੈ, ਫੋਰਸਾਂ ਅਲੱਗ-ਅਲੱਗ ਨੇ ਤੇ ਪਰ ਉਹ ਕਿਵੇਂ ਇੱਕ ਦੂਜੇ ਨਾਲ ਕੋਈ ਮੁਕਾਬਲਾ ਨਹੀਂ, ਕੋਈ ਸ਼ਰੀਕਾ ਨਹੀਂ, ਮਤਲਬ ਕਿਸ ਕਿਸਮ ਦੀ ਆਪਸ ਦੇ ਵਿੱਚ ਭਰਪਣ ਜਿਹੜਾ ਹੈ ਉਹ ਇਹ ਇਨਸਾਨੀ ਗੁਣ ਨੇ ਕੁਛ ਜਿਹੜੇ ਕਿ ਬਹੁਤ ਜ਼ਰੂਰੀ ਹੈ। ਐਕਸ਼ਨ ਤਾਂ ਵੱਡੇ ਹੋਰ ਵੀ ਕਰ ਲੈਂਦੇ ਨੇ। ਤੀਜੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਜਿਹੜੀ ਖਾੜਕੂ ਸੰਘਰਸ਼ ਜਿਹੜਾ ਹਥਿਆਰਬੰਦ ਸੰਘਰਸ਼ ਹੁੰਦਾ ਨਾ, ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਇਹ ਚੱਲਿਆ, ਤੇ ਕਈ ਧੜੇ ਬਣ ਗਏ। ਜਿੱਥੇ ਧੜੇ ਬਣਨਗੇ ਮੁਕਾਬਲੇਬਾਜ਼ੀ ਵੀ ਹੋ, ਕੰਪੀਟੀਸ਼ਨ, ਤੇ ਉਹ ਕੰਪੀਟੀਸ਼ਨ 'ਚ ਆਪਦੀ ਸੁਪੀਰੀਅਰਿਟੀ ਦਿਖਾਉਣ ਵਾਸਤੇ ਐਕਸ਼ਨ ਹੀ ਵੱਧ ਹੁੰਦੇ ਆ, ਹੋਰ ਨਹੀਂ। ਕੌਣ ਵੱਧ ਕਰਦਾ ਹੈ, ਸੋ ਉਹ ਵੱਧ ਕਰ ਲੈਣੇ ਗੱਲ ਨਹੀਂ ਅਸਲ 'ਚ ਹੁੰਦਾ ਕਿ ਤੁਸੀਂ ਪੋਲੀਟੀਕਲੀ ਅਲਾਈਵ ਕਿੰਨੇ ਕੋ। ਤੁਹਾਡਾ ਜਿਹੜਾ ਐਕਸ਼ਨ ਹੈ ਉਹ ਤੁਹਾਡੀ ਕਿਸੇ ਪੋਲੀਟੀਕਲ ਸਟ੍ਰੈਟਜੀ ਦੇ ਵਿੱਚ ਫਿੱਟ ਇਨ ਹੁੰਦਾ ਕਿ ਨਹੀਂ। ਤੁਹਾਡੀ ਸਟ੍ਰੈਟਜੀ ਨੂੰ ਸਰਵ ਕਰਨਾ ਚਾਹੀਦਾ ਐਕਸ਼ਨ, ਹਰ ਐਕਸ਼ਨ। ਕਦੋਂ ਕਿਹੜਾ ਐਕਸ਼ਨ ਕਰਨਾ, ਉਹਦੀ ਕੀ ਅਹਿਮੀਅਤ ਹੈ, ਇਹ ਸੈਂਸ ਹਰ ਇੱਕ ਨੂੰ ਨਹੀਂ ਹੁੰਦੀ। ਨਕਸਲੀ ਲਹਿਰ 'ਚ ਵੀ ਮੈਂ ਦੇਖਿਆ, ਹਰ ਲਹਿਰ ਦੇ ਵਿੱਚ ਹੀ ਹੁੰਦਾ ਹੈ। ਇੱਕ ਸਟੇਜ ਆਉਂਦੀ ਹੈ ਜਿੱਥੇ ਐਕਸ਼ਨ ਫਾਰ ਐਕਸ਼ਨ ਸੇਕ, ਮੁਕਾਬਲੇ ਵਾਸਤੇ ਵੀ ਚਲੋ ਯਾਰ ਬੰਦਾ ਮਾਰੋ। ਮਤਲਬ ਸਾਡੇ ਨਾਲ ਨਕਸਲੀ ਲਹਿਰ 'ਚ ਹੁੰਦਾ ਸੀ ਤਾਂ ਇੱਕ ਬਜ਼ੁਰਗ, ਤੇ ਉਹਨੇ ਦੇਖਿਆ ਵੀ ਯਾਰ ਕਈ ਦਿਨ ਹੋ ਗਏ ਕੋਈ ਆਪਣੀ ਖਬਰ ਹੀ ਕੋਈ ਨਹੀਂ, ਕਹਿੰਦਾ ਕੋਈ ਬੰਦਾ ਮਾਰੋ। ਅਸੀਂ ਕਿਹਾ ਵੀ ਹੁਣ ਐਂ ਬੰਦਾ ਕਿਵੇਂ ਮਾਰ ਦਈਏ, ਕਹਿੰਦਾ ਕੋਈ ਰਾਹੀ ਮਾਰ ਦਿਓ। ਇਹ ਹਾਸੇ ਵਾਲੀ ਗੱਲ ਨਹੀਂ, ਇਹ ਟੈਂਡੈਂਸੀ ਉੱਭਰਦੀ ਹੁੰਦੀ ਹੈ, ਲੋੜ ਬਣ ਜਾਂਦੀ ਹੈ ਸਰਵਾਈਵਲ ਤੁਹਾਡੀ ਨਾ। ਜੇ ਤੁਸੀਂ ਲਗਾਤਾਰ ਖਬਰਾਂ 'ਚ ਨਹੀਂ, ਚਰਚਾ 'ਚ ਨਹੀਂ, ਇਹ ਆਕਸੀਜਨ ਹੁੰਦੀ ਹੈ ਜੁਝਾਰੂ ਦੀ, ਚਰਚਾ 'ਚ ਰਹਿਣਾ ਲਗਾਤਾਰ। ਸੋ ਇਹਨਾਂ ਨੇ ਜਿਹੜੇ ਵੀ ਐਕਸ਼ਨ ਕੀਤੇ ਨੇ, ਉਹ ਐਕਸ਼ਨ ਤੁਸੀਂ ਦੇਖਿਓ ਜਦੋਂ ਇਹ ਸਾਰਾ ਹੋਰ ਅੱਗੇ ਲਿਆਉਣਗੇ, ਉਹ ਐਕਸ਼ਨ ਕਿਸੇ ਸਟ੍ਰੈਟਜੀ ਦੇ ਪਾਰਟ ਸੀਗੇ। ਸਿਰਫ ਐਕਸ਼ਨ ਕਰਨ ਵਾਸਤੇ ਐਕਸ਼ਨ ਨਹੀਂ ਸੀ। ਤਾਂ ਮੈਂ ਕਹਿਣਾ ਵੀ ਇਹ ਜਿਹੜੀ ਕੇਂਦਰੀ ਧਾਰਾ ਹੈ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਉਹ ਵਿਸ਼ਾਲ ਆਕਾਰ ਅਖਤਿਆਰ ਕਰਦੀ ਹੈ ਨਾ ਲਹਿਰ, ਉਹਦੇ ਵਿੱਚ ਇੱਕ ਕੇਂਦਰੀ ਧਾਰਾ ਨਿਰਮਲ ਹੁੰਦੀ ਹੈ, ਜਿਹੜੀ ਤੋਂ ਲਹਿਰ ਡਿਫਾਈਨ ਕੀਤੀ ਜਾਂਦੀ ਹੈ। ਤੇ ਜਿੰਨੇ ਲਹਿਰ ਦੇ ਦੋਖੀ ਨੇ ਉਹ ਗੜਬੜੇ ਕਰਦੇ ਆ, ਕਈ ਜਾਣਬੁੱਝ ਕੇ, ਕਈ ਅਣਜਾਣਪੁਣੇ 'ਚ, ਕਿ ਉਹ ਲਹਿਰ ਨੂੰ ਉਹਦੀ ਕੇਂਦਰੀ ਧਾਰਾ ਤੋਂ ਡਿਫਾਈਨ ਨਹੀਂ ਕਰਦੇ। ਜਿਹੜੀਆਂ ਉਹ ਕਿਨਾਰੇ ਵਾਲੀਆਂ ਕੁਛ ਗੱਲਾਂ ਦੇਖੀਆਂ, ਉਹ ਉੱਥੋਂ ਡਿਫਾਈਨ ਕਰਨ ਲੱਗ ਜਾਂਦੇ ਆ। ਉਦਾਹਰਨ ਦੇ ਤੌਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 3 ਪ੍ਰੋਫੈਸਰਾਂ ਨੇ ਰਲ ਕੇ ਕਿਤਾਬ ਲਿਖੀ ਖਾੜਕੂ ਲਹਿਰ 'ਤੇ, ਜਿਨ੍ਹਾਂ 'ਚ ਪ੍ਰੋਫੈਸਰ ਹਰੀਸ਼ ਪੁਰੀ ਬੜਾ ਮੈਚਿਓਰ, ਜਿਹਨੇ ਗਦਰ ਪਾਰਟੀ ਬਾਰੇ ਵੀ ਜਾਂ ਹੋਰ ਲਗਾਤਾਰ ਲਿਖਿਆ ਹੈ, ਉਹ ਹੈ, ਤੇ ਨਾਲ ਉਹਦੇ ਹੋਰ 2 ਸਕਾਲਰ ਨੇ। ਤੇ ਉਹਨਾਂ ਨੇ ਮਤਲਬ ਲਹਿਰ ਬਾਰੇ ਲਿਖਿਆ ਵੀ ਬਹੁਤੇ ਬੰਦੇ ਤਾਂ ਸਿਰਫ ਬਦਾਮ ਤੇ ਮੇਵੇ ਖਾਣ ਵਾਸਤੇ ਲਹਿਰ 'ਚ ਆਏ। ਹੁਣ ਦੇਖੋ ਲਹਿਰ ਨੂੰ ਕਿਵੇਂ ਡਿਫਾਈਨ ਕਰ ਰਹੇ ਨੇ, ਕਿੱਥੋਂ ਕਰ ਰਹੇ ਨੇ। ਨਾ ਉਹਨਾਂ ਨੂੰ ਕੋਈ ਲਹਿਰ ਬਾਰੇ ਪਤਾ ਹੈ। ਜੋ ਉੱਥੇ ਸੁਣ ਲੀਆਂ ਗੱਲਾਂ ਆਈਆਂ ਆਸੇ ਪਾਸਿਓਂ, ਮਾਝੇ 'ਚੋਂ ਖਾਸ ਕਰਕੇ, ਪਹਿਲੀ ਗੱਲ ਤਾਂ ਇਹੋ ਜਿਹਾ ਕੋਈ ਬੰਦਾ ਨਹੀਂ ਹੋ ਵੀ ਜਿਹੜਾ ਬਦਾਮ ਖਾਣ ਵਾਸਤੇ ਸਿਰ ਦੇਣ ਵਾਸਤੇ ਤੁਰ ਪਏ। ਇਹ ਉਹੀ ਹਾਸੋਹੀਣੀ ਗੱਲ ਹੈ। ਤੇ ਇਹਦੇ ਤੇ ਫਿਰ ਕ੍ਰਿਟਿਸਿਜ਼ਮ ਵੀ ਹੋਇਆ ਸੀਗਾ। ਪੰਜਾਬੀ ਯੂਨੀਵਰਸਿਟੀ ਦੇ 2 ਪ੍ਰੋਫੈਸਰਾਂ ਨੇ, ਪ੍ਰੋਫੈਸਰ ਭੁਪਿੰਦਰ ਸਿੰਘ ਤੇ ਪ੍ਰੋਫੈਸਰ ਬਰਿੰਦਰਪਾਲ ਸਿੰਘ, ਉਹਨਾਂ ਨੇ ਬਹੁਤ
ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਅੱਡ-ਅੱਡ ਆਰਟੀਕਲ ਲਿਖੇ ਸੀ ਇਹਦਾ ਕ੍ਰਿਟੀਕ ਵੀ ਇਹ ਅਪਰੋਚ ਕੀ ਹੈ। ਪ੍ਰੋਫੈਸਰ ਭੁਪਿੰਦਰ ਸਿੰਘ ਨੇ ਹੈਡਿੰਗ ਦਿੱਤਾ ਸੀ ਵਿਲੇਜ ਵਿਊ ਆਫ ਟੈਰਰਿਜ਼ਮ, ਵੀ ਕਿੰਨੀ ਸਿੱਧੜ ਜੀ ਪਹੁੰਚ ਹੈ, ਸਮਝ ਹੈ। ਸੋ ਇਹ ਗੱਲ ਜਿਹੜੀ ਹੈ ਨਾ, ਤੁਸੀਂ ਇਸ ਕਿਤਾਬ ਦੇ ਵਿੱਚੋਂ ਇਹ ਗੱਲ ਪਛਾਣੀ ਜਾ ਸਕਦੀ ਹੈ, ਭਾਵੇਂ ਅਜੇ ਇਹ ਸ਼ੁਰੂਆਤ ਹੈ, ਪਰ ਸ਼ੁਰੂਆਤ ਹੀ ਬਹੁਤ ਕੁਝ ਦੱਸ ਦਿੰਦੀ ਹੈ। ਸੋ ਇਹ ਕੁਝ ਗੱਲਾਂ ਨੂੰ ਮਤਲਬ ਜਿਹੜੀਆਂ ਮੈਨੂੰ ਲੱਗਦਾ ਇਸ ਕਿਤਾਬ ਦੀ ਜੇ ਅਹਿਮੀਅਤ ਦੇਖਣਾ ਹੋਵੇ ਤਾਂ ਉਹਦੀ ਅਹਿਮੀਅਤ ਇਹ ਹੈ ਮਤਲਬ। ਹਾਂਜੀ। ਸੋ ਸਿੱਖ ਹੋਣ ਦੇ ਨਾਤੇ ਸਾਡਾ ਬਹੁਤ ਭਰਵਾਂ ਯਕੀਨ ਹੈ ਵੀ ਸਭ ਕੁਝ ਜੋ ਹੋ ਰਿਹਾ ਹੈ ਉਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੋ ਰਿਹਾ ਅਤੇ ਮਹਾਰਾਜ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਇੱਕ ਸਿੱਖ ਦਾ ਧਰਮ ਹੈਗਾ। ਪਰ ਜੇ ਆਪਾਂ ਦੁਨਿਆਵੀ ਨੁਕਤਾ ਨਜ਼ਰ ਤੋਂ ਦੇਖੀਏ ਤਾਂ ਬਹੁਤ ਸਾਲ ਬੀਤ ਗਏ ਨੇ। ਇਸ ਦੌਰਾਨ ਹੋਰ ਬਹੁਤ ਲੋਕਾਂ ਨੇ ਖਾੜਕੂ ਸੰਘਰਸ਼ ਦਾ ਜ਼ਿਕਰ ਲਿਖਤਾਂ ਦੁਆਰਾ ਕੀਤਾ ਜਾਂ TV ਜਾਂ ਵੱਖ-ਵੱਖ ਆਪਦੇ ਚੈਨਲ ਚਲਾ ਕੇ ਪ੍ਰੋਗਰਾਮਾਂ ਰਾਹੀਂ ਉਹਨਾਂ ਨੇ ਉਸ ਦਾ ਇੱਕ ਵਰਣਨ ਕੀਤਾ। ਪਰ ਜਿਹੜਾ ਇੰਨਾ ਸਮਾਂ ਗੁਜ਼ਰ ਗਿਆ ਅਤੇ ਹੁਣ ਇਹ ਕਿਤਾਬ ਇੱਕ ਬਹੁਤ ਅਹਿਮ ਇੱਕ ਥਾਂ 'ਤੇ ਤਾਂ ਵੀ ਖੜ੍ਹੀ ਹੈ ਕਿਉਂਕਿ ਇੱਕ ਅੰਦਰੂਨੀ ਸਰੋਤ ਦੀ ਇਹ ਉਪਜ ਹੈਗੀ ਹੈ। ਸੋ ਇਹ ਜਿਹੜਾ ਇੰਨਾ ਅਰਸਾ ਜਿਹੜਾ ਬੀਤ ਗਿਆ ਉਸ ਬਾਅਦ ਇਹ ਕਿਤਾਬ ਆਈ ਹੈ, ਇਸ ਨੂੰ ਆਪ ਜੀ ਕਿਵੇਂ ਦੇਖਦੇ ਹੋ? ਮੇਰੇ ਖਿਆਲ ਉਹ ਕਿਤਾਬ ਤੋਂ ਹੀ ਪਤਾ ਲੱਗ ਜਾਂਦਾ ਹੈ। ਅਤੇ ਭਾਈ ਦਲਜੀਤ ਸੂ ਨੇ ਵੀ ਮਤਲਬ ਉਹਦੀਆਂ ਹੁਣ 2 ਇੰਟਰਵਿਊਜ਼ ਆ ਚੁੱਕੀਆਂ ਨੇ ਪ੍ਰੋ ਪੰਜਾਬ TV 'ਤੇ ਯਾਦਵਿੰਦਰ ਸਿੰਘ ਨਾਲ, ਬੜੀਆਂ ਲੰਬੀਆਂ ਘੰਟੇ ਦੀਆਂ। ਕੁਝ ਗੱਲਾਂ ਉਹਦੇ ਵਿੱਚ ਵੀ ਸਪਸ਼ਟ ਕੀਤੀਆਂ। ਜਿਹੜਾ ਤਟਫਟ ਲਿਖ ਦੇਣਾ ਨਾ ਤੱਤੇ ਕਾ, ਉਹ ਚੀਜ਼ ਦੀ ਕੋਈ ਕੁਆਲਿਟੀ ਨਹੀਂ ਹੋਊ। ਇਹ ਕਰਦੇ ਨੇ ਸਕੋਲਰ, ਹੋਰਾਂ ਬੰਦਿਆਂ ਨੇ ਵੀ ਕੀਤਾ। ਲਹਿਰ ਬਾਰੇ ਸਾਡੇ ਬੰਦਿਆਂ ਨੇ ਬਹੁਤ ਲਿਖਿਆ ਹੈ, ਆਪਦਿਆਂ ਨੇ ਪ੍ਰੋਪੇਗੈਂਡਿਸਟ ਜਿਹੜੇ ਹੈ। ਕੁਛ ਗੱਲਾਂ ਸੱਚੀਆਂ, ਕੁਛ ਸੁਣੀਆਂ ਸੁਣਾਈਆਂ, ਕਿਉਂਕਿ ਆਪਦਾ ਕੋਈ ਨਹੀਂ। ਸੋ ਮੈਂ ਜਿਹੜਾ ਕੰਮ ਛੋਹਿਆ ਸੀ ਲਿਖਣ ਦਾ ਨਾ, ਮੈਂ ਜਿੱਥੇ ਰੁਕ ਗਿਆ ਆ ਕੇ, ਉਹ ਮੈਂ ਅਜੇ ਪਿਛੋਕੜ ਜਾਂ ਆਧਾਰ ਤਿਆਰ ਕੀਤਾ ਸੀ, ਬੁਨਿਆਦ, ਕਿ ਖਾੜਕੂ ਸੰਘਰਸ਼ ਨੂੰ ਸਮਝਣਾ ਕਿਵੇਂ ਹੈ। ਸੋ ਉਹਨੂੰ ਇੱਕ ਪਿੱਛੋਂ ਚੁੱਕਿਆ, ਸਿੱਖਾਂ ਦੀ ਸਮੱਸਿਆ ਕੀ ਹੈ, ਅਤੇ ਇੱਥੇ ਆ ਕੇ ਮੈਂ ਰੁਕ ਗਿਆ ਸੀ। ਕਿਉਂਕਿ ਮੇਰਾ ਇਹ ਸੀ ਕਿ ਇਹ ਜਿਹੜਾ ਕੰਮ ਹੈ ਨਾ ਲਹਿਰ ਬਾਰੇ ਲਿਖਣਾ, ਇਹ ਕੋਈ ਇਨਸਾਈਡਰ ਹੀ ਲਿਖ ਸਕਦਾ। ਇਹ ਠੀਕ ਹੈ ਕਿ ਅਸੀਂ ਵੀ ਉਸ ਦੌਰ 'ਚ ਵਿਚਰੇ ਹਾਂ, ਸਾਡਾ ਵਾਹ ਵੀ ਰਿਹਾ ਬੰਦਿਆਂ ਨਾਲ, ਅਤੇ ਪਰ ਇਹ ਹੈ ਵੀ ਦੈਟ ਵੇ ਤਾਂ ਅਸੀਂ ਆਊਟਸਾਈਡਰ ਹੀ ਸੀ ਨਾ, ਓਬਜ਼ਰਵਰ। ਅਤੇ ਇਹ ਜਿਹੜਾ ਬੰਦਾ ਇਨਸਾਈਡਰ ਹੈ, ਕਿਹੜੀਆਂ ਗੱਲਾਂ ਕਿਵੇਂ ਵਾਪਰੀਆਂ, ਉਹਦੀ ਜਿਹੜੀ ਆਤਮਾ ਹੈ ਲਹਿਰ ਦੀ, ਉਹ ਤਾਂ ਉਹੀ ਦੱਸ ਸਕਦਾ। ਬਾਕੀ ਬੰਦੇ ਤਾਂ ਉਹਦੇ ਕੁਛ ਬਾਹਰੀ ਜੇ ਪ੍ਰਭਾਵ ਉਹ ਦੇ ਸਕਦੇ, ਉਹ ਵੀ ਚੱਲਦਾ। ਉਹ ਜਿਹੜੀਆਂ ਤੁਹਾਡੀਆਂ ਵਿਧੀਆਂ ਜਾਂ ਪ੍ਰਣਾਲੀਆਂ ਦੁਨਿਆਵੀ ਵਿੱਦਿਆ ਦੀਆਂ ਹੀ, ਵਿਸ਼ਲੇਸ਼ਣ ਦੀਆਂ, ਕਿਉਂਕਿ ਉਹ ਵੀ ਤਾਂ ਇੱਕ ਵਿਗਿਆਨ ਡਿਵੈਲਪ ਹੋਇਆ ਲਹਿਰਾਂ ਨੂੰ ਕਿਵੇਂ ਦੇਖਣਾ। ਕਿਉਂਕਿ ਜਦੋਂ ਮੈਨੂੰ ਇਹ ਕਾਰਜ ਸੌਂਪਿਆ ਸੀ ਸਰਦਾਰ ਜਗਜੀਤ ਸਿੰਘ ਨੇ, ਬਜ਼ੁਰਗਾਂ ਨੇ, ਉਹਦੀ ਮੈਨੂੰ ਉਹਨਾਂ ਨੇ ਕੁਝ ਕਿਤਾਬਾਂ ਵੀ ਦੇ ਦਿੱਤੀਆਂ ਸੀ। ਉਹ ਕਿਤਾਬਾਂ ਦੇ ਵਿੱਚ ਮੇਨਲੀ ਜਿਹੜਾ ਦੁਨਿਆਵੀ ਗਿਆਨ ਦੇ ਆਧਾਰ 'ਤੇ ਵੀ ਲਹਿਰਾਂ ਨੂੰ ਕਿਵੇਂ ਦੇਖਣਾ, ਉਹਨਾਂ ਦਾ ਵੀ ਇੱਕ ਨਜ਼ਰੀਆ। ਸਾਰਿਆਂ ਬਾਰੇ ਲਿਖਿਆ ਗਿਆ, ਸਾਰੇ ਇਨਕਲਾਬਾਂ ਬਾਰੇ ਲਿਖਿਆ, ਲਹਿਰਾਂ ਬਾਰੇ ਲਿਖਿਆ ਬੰਦਿਆਂ ਨੇ, ਉਹ ਕਰਦੇ। ਉਹਦੀ ਵੀ ਇੱਕ ਥਾਂ ਹੈ, ਪਰ ਉਹ ਇਹਦੀ ਥਾਂ ਨਹੀਂ ਲੈ ਸਕਦਾ ਇੱਕ ਇਨਸਾਈਡਰ ਵਿਊ। ਸੋ ਮੈਂ ਉਹ ਉਡੀਕ ਸੀਗਾ ਵੀ ਜਿੰਨਾ ਚਿਰ ਇਨਸਾਈਡਰ ਵਿਊ ਨਹੀਂ ਆਉਂਦਾ, ਮੇਰੇ ਹੈ ਪ੍ਰਭਾਵ, ਹੋ ਸਕਦਾ ਕੁਛ ਪ੍ਰਭਾਵ ਟੁੱਟਣਗੇ। ਇਸ ਕਿਤਾਬ ਨੇ ਵੀ ਫਰਕ ਪਾਇਆ, ਕੁਛ ਗੱਲਾਂ ਨੂੰ ਸੋਚਣ ਲਈ ਲਾਇਆ ਮਤਲਬ। ਅਤੇ ਜਦੋਂ ਇਹ ਹੋਰ ਗੱਲਾਂ ਆਉਣਗੀਆਂ ਤਾਂ ਕਈ ਵਾਰ ਮੈਨੂੰ ਝੋਰਾ ਹੁੰਦਾ ਸੀ ਵੀ ਯਾਰ ਮੈਥੋਂ ਲਿਖਿਆ ਨਹੀਂ ਜਾ ਰਿਹਾ,
ਬੰਦਿਆਂ ਨੇ ਵੀ ਬੜਾ ਕਹਿਣਾ ਛੇਤੀ ਲਿਆਓ ਜੀ, ਛੇਤੀ ਲਿਆਓ। ਇਹ ਜਿਹੜੀ ਕਾਹਲ ਹੈ ਨਾ ਚੀਜ਼ ਦੀ, ਐਕਸਾਈਟਮੈਂਟ ਜੀ, ਇੱਕ ਜਿਵੇਂ ਉਤੇਜਨਾ, ਇਹ ਉਤੇਜਨਾ ਵਾਲਾ ਕੰਮ ਨਹੀਂ। ਇੰਨਾ ਲਹੂ ਡੁੱਲਿਆ, ਐਡੀ ਜੰਗ ਲੜੀ ਗਈ ਹੈ, ਉਹਨੂੰ ਜੇ ਤੁਸੀਂ ਐਵੇਂ ਕੱਚ ਘੜ ਜੇ ਢੰਗ ਨਾਲ ਕਰੋਗੇ ਨਾ, ਇਹ ਇਨਸਾਫ ਨਹੀਂ ਹੋਊਗਾ। ਸੋ ਮੈਂ ਤਾਂ ਕਹਿਣਾ ਸ਼ੁਕਰ ਹੈ ਮੈਂ ਰੁਕਿਆ ਰਿਹਾ, ਕੋਈ ਝੋਰਾ ਨਹੀਂ। ਹੁਣ ਜਦੋਂ ਇਹ ਕੁਛ ਆਊਗਾ, ਜੇ ਮੈਂ ਫੇਰ ਲਿਖ ਸਕਿਆ, ਉਹ ਕਿਤੇ ਵੱਧ ਠੀਕ ਬੈਟਰ ਹੋਊਗਾ, ਨੇੜੇ ਹੋਊ ਜਾ ਕੇ। ਸੋ ਇਹਦੀ ਅਹਿਮੀਅਤ ਇਸ ਕਿਤਾਬ ਦੀ ਜਿਹੜੀ ਹੈ ਨਾ, ਜਿਹੜਾ ਟਾਈਮ ਕਿਉਂ ਲੱਗ ਗਿਆ, ਇਹ ਟਾਈਮ ਜ਼ਰੂਰੀ ਸੀ। ਗੈਪ ਪੈਣਾ ਹਮੇਸ਼ਾ ਹੀ, ਜਿਹੜੀ ਰਿਐਲਿਟੀ ਹੈ ਨਾ, ਤੁਸੀਂ ਤੱਤੇ ਕਾ ਉਹਦੇ 'ਚ ਪਹਿਲਾਂ ਠਹਿਰਾਅ ਆਵੇ, ਤੁਹਾਡੇ ਆਪਦੇ ਮਨ 'ਚ ਵੀ ਆਵੇ। ਇੱਕ ਤਾਂ ਥੋੜ੍ਹੀ ਦੂਰੀ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਮੈਂ ਦੇਖਿਆ, ਮਤਲਬ ਜਦੋਂ ਮੈਂ 95 ਤੋਂ ਬਾਅਦ ਆਪਦੇ ਲਿਖਣ ਦੇ ਕਾਰਜ 'ਚ ਲੱਗਿਆ ਜਾਂ ਹੋਰ ਸਾਰਾ, ਥੋੜ੍ਹਾ ਪਾਸੇ ਹਟ ਕੇ ਬਹਿਣ ਜੇ 'ਚੋਂ, ਵਗਦੇ 'ਚੋਂ, ਉਦੋਂ ਤੁਸੀਂ ਵੱਧ ਚੀਜ਼ਾਂ ਨੂੰ ਦੂਰੋਂ ਦੇਖ ਸਕਦੇ ਹੋ। ਵਿੱਚ ਤੁਸੀਂ ਜੋ ਤੁਰੇ ਜਾ ਰਹੇ ਹੁੰਦੇ ਹੋ, ਸ਼ਾਮਲ ਹੁੰਦੇ ਹੋ ਉਸ ਵਹਿਣ 'ਚ, ਉਦੋਂ ਤੁਹਾਨੂੰ ਉਨੀ ਨਜ਼ਰ ਸਾਫ਼ ਨਹੀਂ ਹੁੰਦੀ। ਉਹਦੇ 'ਚ ਬੜਾ ਕੁਛ ਰਲਾ ਹੁੰਦਾ, ਤੁਹਾਡੇ ਆਪਦੇ ਇਮੋਸ਼ਨਸ ਵੀ ਹੁੰਦੇ ਨੇ। ਪਰ ਕੋਸ਼ਿਸ਼ ਇਹ ਕਰੋ, ਮਤਲਬ ਵੀ ਹੁੰਦਾ ਤਾਂ ਔਖਾ, ਵੀ ਡਿਟੈਚਡ ਐਨਾਲਿਸਿਸ, ਉਹਦੇ ਵਾਸਤੇ ਮੇਰਾ ਖਿਆਲ ਸਮੇਂ ਦਾ ਗੈਪ ਪੈਣਾ, ਵਿੱਥ ਪੈਣੀ, ਇਹ ਬਹੁਤ ਜ਼ਰੂਰੀ ਸੀ। ਸੋ ਕੋਈ ਇਹੋ ਜਿਹਾ ਨੁਕਸਾਨ ਨਹੀਂ ਹੋ ਗਿਆ ਜਿਹੜਾ ਇਹ ਲੱਗਦਾ ਕਿ ਬਹੁਤ ਨੁਕਸਾਨ ਹੋ ਗਿਆ। ਇਹ ਠੀਕ ਹੈ ਕਿ ਜਿਹੜੇ ਬੰਦੇ ਲਹਿਰ ਦੇ ਦੋਖੀ ਸੀ, ਜਾਂ ਜਿਹੜੇ ਬੰਦਿਆਂ ਦੀ ਸਮਝ ਵਾਲੀ ਕੱਚੀ ਹੈ, ਜਿਨ੍ਹਾਂ ਨੂੰ ਕਾਹਲੀ ਸੀ, ਕਈ ਤਾਂ ਇਹੀ ਉਡੀਕ ਰਹੇ ਸੀ ਵੀ ਕੁਛ ਲਿਖੇ ਤੇ ਫਿਰ ਅਸੀਂ ਉਹਦਾ ਪੜਚੋਲ ਕਰੀਏ। ਜਿਹੜੀਆਂ ਇਹ ਨਕਾਰਾਤਮਕ ਬਿਰਤੀਆਂ, ਉਹ ਵੀ ਥੱਕ ਗਈਆਂ ਹੁਣ ਇੱਕ ਵਾਰ। ਉਹਨਾਂ ਨੂੰ ਵੀ ਥਕਾਉਣਾ ਜ਼ਰੂਰੀ ਹੁੰਦਾ ਕਈ ਵਾਰ, ਕਿ ਤੁਸੀਂ ਬੋਝ ਤੋਂ ਮੁਕਤ ਹੋ ਕੇ ਕੋਈ ਗੱਲ ਕਹਿ ਸਕੋ ਤੇ ਕਰ ਸਕੋ, ਤੇ ਲੋਕ ਵੀ ਉਹਨੂੰ ਉਸ ਤਰ੍ਹਾਂ ਦੇ ਮਾਹੌਲ 'ਚ, ਨਿਰਮਲ ਜਿਹੇ ਮਾਹੌਲ 'ਚ ਗ੍ਰਹਿਣ ਕਰ ਸਕਣ। ਸੋ ਮੈਂ ਤਾਂ ਇਹੀ ਸਮਝਦਾ ਕਿ ਇੰਨਾ ਕੁ ਟਾਈਮ ਇਹਨੇ ਲੈਣਾ ਹੀ ਸੀ। ਮੈਂ ਵੀ ਕਈ ਵਾਰ ਕਾਹਲਾ ਪੈਂਦਾ ਸੀ, ਭਾਈ ਦਲਜੀਤ ਸਿੰਘ ਨੂੰ ਵੀ ਕਹੀਦਾ ਸੀ ਵੀ ਛੇਤੀ ਕਰੋ, ਲੇਟ ਹੋ ਰਹੇ ਹੋ। ਪਰ ਹੁਣ ਮੈਨੂੰ ਲੱਗਦਾ ਵੀ ਨਹੀਂ, ਇਹ ਟਾਈਮ ਲੱਗਣਾ ਹੀ ਚਾਹੀਦਾ ਸੀ। ਸੋ ਵਾਹਿਗੁਰੂ ਕਰੇ ਕਿ ਗਾਹਾਂ ਵੀ ਉਹ ਲਿਖ ਸਕਣ, ਜੇ ਕੋਈ ਵਿਘਨ ਨਾ ਪਵੇ ਤਾਂ ਬਹੁਤ ਵੱਡੀ ਇਹ ਇੱਕ ਦੇਣ ਹੋਊਗੀ, ਇਹਦੀ ਗਾਥਾ ਫੇਰ ਮੁਕੰਮਲ ਹੋਊਗੀ। ਇਸ ਤੋਂ ਪ੍ਰੇਰਿਤ ਹੋ ਕੇ ਹੋਰ ਬੰਦੇ ਵੀ ਲਿਖਣਗੇ, ਇਨਸਾਈਡਰ ਵੀ ਅਜੇ ਹੈਗੇ ਆ ਬੰਦੇ ਜਿਹੜੇ ਜਿਉਂਦੇ ਬਚ ਰਹੇ, ਜਿਹੜੇ ਇਹ ਕਹਿ ਲਓ ਕਿ ਉਹਦੇ ਲਹੂ ਮਾਸ ਦਾ ਅੰਗ ਸੀ ਲਹਿਰ ਦੇ ਦਾ, ਜਾਂ ਜਿਹੜੇ ਬਹੁਤ ਨੇੜੇ ਹੋ ਕੇ ਵਿਚਰੇ ਆਲਮੋਸਟ, ਉਹ ਵੀ ਕੁਛ ਬੰਦੇ ਨੇ। ਤੇ ਉਹ ਵੀ ਹੁਣ ਹੌਸਲਾ ਕਰਨਗੇ ਲਿਖਣ ਦਾ, ਤੇ ਫੋਕਸ ਵੀ ਠੀਕ ਬਣੂਗਾ ਹੁਣ। ਸੋ ਇਸ ਤਰ੍ਹਾਂ ਮਤਲਬ ਇਹਨੂੰ ਮੈਂ ਦੇਖਦਾ। ਸੋ ਇਸੇ ਜੇ ਵਕਤ ਦੇ ਨੁਕਤੇ 'ਤੇ ਆਪਾਂ ਰਹੀਏ, ਜਿਵੇਂ ਕਿ ਤੁਸੀਂ ਵਿਆਖਿਆ ਵੀ ਕੀਤੀ ਵੀ ਇੰਨਾ ਵਕਤ ਨਿਕਲ ਗਿਆ, ਪਰ ਇਹਦੀ ਅਸਲ 'ਚ ਕੋਈ ਐਡੀ ਅਹਿਮੀਅਤ ਹੈ ਨਹੀਂ ਗੀ ਜੇ ਆਪਾਂ ਕਿਤਾਬ ਨੂੰ ਸਾਹਮਣੇ ਰੱਖੀਏ, ਅਤੇ ਜੋ ਉਹਦੇ 'ਤੇ ਜਾਣਕਾਰੀ ਪਈ ਹੈ ਜੇ ਉਹਨੂੰ ਮੱਦੇ-ਨਜ਼ਰ ਰੱਖੀਏ। ਹਾਂਜੀ। ਪਰ ਫਿਰ ਵੀ ਕਿਉਂਕਿ ਜਦੋਂ ਇੰਨਾ ਸਮਾਂ ਬੀਤ ਜਾਂਦਾ ਹੈ, ਜਿਹੜੇ ਲਹਿਰ ਦੇ ਦੋਖੀ ਨੇ ਉਹਨਾਂ ਨੇ ਤਾਂ ਲਗਾਤਾਰ ਆਪਦਾ ਭੰਡੀ ਪ੍ਰਚਾਰ ਜਾਰੀ ਰੱਖਿਆ ਹੈ, ਅਤੇ ਇਸ ਕਿਤਾਬ ਦੇ ਆਉਣ ਨਾਲ ਤੇ ਉਮੀਦ ਹੈ ਭਵਿੱਖ 'ਚ ਹੋਰ ਵੀ ਇੱਦਾਂ ਦੀਆਂ ਕਿਤਾਬਾਂ ਜਦੋਂ ਆਉਣਗੀਆਂ ਤਾਂ ਬਹੁਤ ਸਾਰੇ ਮਿੱਥ ਟੁੱਟਣਗੇ, ਜਦੋਂ ਅਸਲ ਸੱਚ ਬਾਹਰ ਨਿਕਲ ਕੇ ਆਊਗਾ। ਅਤੇ ਇਹ ਦੇਖੋ ਤੁਸੀਂ ਨਾ, ਇਹ ਸਾਰੇ ਪੀੜ ਦੇ ਵਿੱਚ ਲਹਿਰ ਬਾਰੇ ਵੀ ਬੰਦਿਆਂ ਨੇ ਬੜਾ ਗਲਤ ਕਿਹਾ। ਉਹ ਜ਼ਿਆਦਾ ਬਾਹਰਲੇ ਵਿਰੋਧੀਆਂ ਨੇ, ਜਿਹੜੇ ਸਿੱਖਾਂ ਦੇ ਅੰਦਰਲੇ ਵਿਰੋਧੀ ਵੀ ਹੈ,
ਵਿਰੋਧੀ ਨਾ ਕਹਿ ਲਓ, ਇੱਕ ਧਾਰਾ ਜੀ ਹੈ, ਉਹਨਾਂ ਨੇ ਭਾਈ ਦਲਜੀਤ ਸਿੰਘ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ। ਕੋਈ ਇੱਕ ਬੰਦਾ ਨਹੀਂ, ਇੱਕ ਵਰਗ ਨਹੀਂ, ਬੜੀ ਕਿਸਮ ਦੇ ਬਹੁਤ ਹੀ ਘਟੀਆ ਪੱਧਰ ਤੇ ਜਾ ਕੇ ਵੀ ਬੋਲੇ। ਈਵਨ ਜੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਰਾ ਸੁਣੋ, ਜੋ ਉਹ ਭਾਈ ਦਲਜੀਤ ਸਿੰਘ ਬਾਰੇ ਬੋਲਦੇ ਰਹੇ, ਹੁਣ ਤਾਂ ਪਤਾ ਨਹੀਂ ਉਹ ਬੋਲਣਗੇ ਕਿ ਨਹੀਂ ਬੋਲਣਗੇ, ਉਮੀਦ ਕਰਦੇ ਹਾਂ ਕਿ ਨਾ ਬੋਲਣ, ਉਹਨਾਂ ਨੂੰ ਵੀ ਕੁਛ ਬਦਲਣ, ਕਾਮਨਾ ਹੈ, ਉਮੀਦ ਕਰਦੇ ਹਾਂ, ਪਰ ਉਹ ਬਹੁਤ ਜ਼ਿਆਦਾ ਗਲਤ ਜਾ ਕੇ ਬੋਲਦੇ ਰਹੇ ਨੇ। ਟੋਟਲ ਕਿਰਦਾਰ ਕੁਸ਼ੀ ਕਰਨ ਦੇ ਜਿਹੜੇ ਯਤਨ ਹੋਏ ਨੇ, ਸਪੈਸ਼ਲੀ ਭਾਈ ਦਲਜੀਤ ਸਿੰਘ ਦੇ, ਇਹਦੇ ਕਾਰਨ ਹੈ ਭੈ ਉਹਨਾਂ ਨੂੰ ਦਲਜੀਤ ਸਿੰਘ ਤੋਂ ਹੀ ਆਉਂਦਾ, ਤੇ ਇੰਨੇ ਹਮਲਿਆਂ ਨੂੰ ਜਰ ਜਾਣਾ ਸ਼ਾਂਤ ਰਹਿ ਕੇ, ਇਹ ਆਮ ਗੁਣ ਨਹੀਂ, ਇਹ ਸਪਿਰਚੁਅਲ ਕੁਆਲਿਟੀ ਹੈ, ਇੱਕ ਰੂਹਾਨੀ ਸਿਫਤ ਹੈ, ਆਮ ਬੰਦਿਆਂ 'ਚ ਹੁੰਦਾ ਨਹੀਂ। ਫਾਰ ਐਗਜ਼ਾਮਪਲ ਮੈਂ ਕਹਾਂ ਮੈਂ ਨਹੀਂ ਜਰ ਸਕਦਾ, ਮੈਂ ਇੱਕਦਮ ਰਿਐਕਟ ਕਰੂੰ, ਨਹੀਂ ਚੱਲਿਆ ਜਾਂਦਾ। ਹਾਲਾਂਕਿ ਮੈਂ ਵੀ ਹੁਣ ਕੁਛ ਅਭਿਆਸ ਹੋਇਆ ਹੈ, ਫਰਕ ਪਿਆ ਪਹਿਲਾਂ ਨਾਲੋਂ ਕਾਫੀ, ਅਤੇ ਖਾਸ ਕਰਕੇ ਜਿਉਂ-ਜਿਉਂ ਸਮਾਂ ਵੀ ਬੀਤਦਾ ਹੈ, ਤੁਹਾਡੇ 'ਚ ਕਾਇਆ ਕਲਪ ਵੀ ਹੁੰਦਾ ਹੈ। ਸੋ ਜਦੋਂ ਧਰਮ ਨਾਲ ਜੁੜਦਾ ਬੰਦਾ, ਗੁਰਬਾਣੀ ਨਾਲ ਜੁੜਦਾ, ਗੁਰੂ ਨਾਲ ਜੁੜਦਾ, ਜੇ ਉਹਦੇ 'ਚ ਫਰਕ ਨਹੀਂ ਕੋਈ ਪੈਂਦਾ, ਫਿਰ ਤਾਂ ਉਹ ਦਾਅਵਾ ਹੀ ਝੂਠਾ ਹੈ, ਉਹ ਪਾਠ ਵੀ ਝੂਠਾ ਹੋ ਜਾਂਦਾ, ਉਹ ਬਾਣਾ ਵੀ ਝੂਠਾ ਹੋ ਜਾਂਦਾ। ਉਹ ਵੀ ਆਪਾਂ ਦੇਖ ਰਹੇ ਹਾਂ, ਉਹ ਵਰਤਾਰਾ ਵੀ ਚੱਲ ਰਿਹਾ ਹੈ। ਸੋ ਇੱਕੇ ਭਾਈ ਦਲਜੀਤ ਸਿੰਘ ਦੀ ਜਿਹੜੀ ਖੂਬੀ ਇੱਥੋਂ ਝਲਕ ਦਿਸ ਗਈ ਇੱਕ, ਕਿ ਇਹਨਾਂ ਨੇ ਲਹਿਰ ਨੂੰ ਇੰਨਾ ਵੀ ਆਈਡੀਅਲਾਈਜ਼ ਨਹੀਂ ਕੀਤਾ ਵੀ ਉੱਥੇ ਕੁਛ ਵੀ ਗਲਤ ਨਹੀਂ ਸੀ, ਇੰਨਾ ਆਦਰਸ਼ਕ ਬਣਾ ਦੇਣਾ ਕਿ ਜੋ ਕੁਛ ਸੀ ਸਾਰਾ ਠੀਕ ਸੀ, ਕੋਈ ਵੀ ਗੱਲ ਗਲਤ ਨਹੀਂ ਹੋਈ। ਇਹ ਤਾਂ ਯਥਾਰਥ ਦੇ ਹੀ ਉਲਟ ਹੈ। ਜਦੋਂ ਐਡੀ ਵੱਡੀ ਲਹਿਰ ਹੋ, ਇਹ ਕਿਵੇਂ ਹੋ ਸਕਦਾ ਹੈ? ਜਦੋਂ ਆਪਾਂ ਕਹਿੰਦੇ ਹਾਂ ਬੰਦਾ ਭੁੱਲਣਹਾਰ ਹੈ, ਈਵਨ ਚੰਗੇ ਬੰਦਿਆਂ ਤੋਂ ਵੀ, ਜਿਹੜੀ ਇਹਨਾਂ ਦੀ ਧਾਰਾ ਸੀ, ਉਹਨਾਂ ਤੋਂ ਵੀ ਕੁਝ ਗਲਤੀਆਂ ਹੋ ਸਕਦੀਆਂ, ਇਹ ਨਹੀਂ ਆਪਾਂ ਦਾਅਵਾ ਕਰ ਸਕਦੇ, ਹੋ ਜਾਂਦੀਆਂ। ਪਰ ਇੱਕ ਵਰਗ ਦੂਜਾ ਵੀ ਸੀ ਜਿਹੜਾ ਇਹਨਾਂ ਨੇ ਉਹ 'ਚ ਦਿੱਤਾ ਹੈ। ਇਹਨਾਂ ਨੇ ਦੋ ਤਰ੍ਹਾਂ ਨੂੰ ਡਿਫਾਈਨ ਜੇ ਕੀਤਾ ਕਿ ਇੱਕ ਸੀ ਜਿਹੜੇ ਬੰਦੇ ਪੰਥਕ ਧੁਰੇ ਦੇ ਨੇੜੇ ਜਾ ਪਹੁੰਚੇ ਸੀ, ਗੁਰੂ ਦੇ ਨੇੜੇ ਜਾ ਪਹੁੰਚੇ ਸੀ, ਉਹਨਾਂ ਵਾਸਤੇ ਤਾਂ ਬਸ ਉਹ ਸ਼ਹਾਦਤ ਹੀ ਦਿਸਦੀ ਸੀ, ਉਹ ਤਾਂ ਉਸੇ ਸਰੂਰ ਦੇ ਵਿੱਚ ਹੀ ਲੜ ਰਹੇ ਸੀ। ਉਹਨਾਂ ਨੂੰ ਹੋਰ ਉਹਨਾਂ ਦੀ ਸੁਰਤ ਕਿਸੇ ਦੁਨਿਆਵੀ ਪ੍ਰਾਪਤੀ ਵਾਸਤੇ, ਨਾ ਰਾਜ ਵਾਸਤੇ, ਨਾ ਜਾਇਦਾਦ ਵਾਸਤੇ, ਉਹ ਤਾਂ ਕਿਤੇ ਵੀ ਉਹਦੀ ਜਗ੍ਹਾ ਹੀ ਨਹੀਂ ਸੀ। ਇਹਦਾ ਮਤਲਬ ਇਹ ਨਹੀਂ ਕਿ ਰਾਜ ਲੈਣਾ ਹੀ ਨਹੀਂ, ਇਹ ਭਾਈ ਰਣਧੀਰ ਸਿੰਘ ਨੇ ਵੀ ਸਾਫ਼ ਕੀਤਾ ਕਿ ਰਾਜ ਲੈਣਾ ਪਰ ਕਾਮਨਾ ਕੋਈ ਨਹੀਂ। ਜਦੋਂ ਕਾਮਨਾ ਚੋਂ ਲਊ ਨਾ ਬੰਦਾ ਕੋਈ ਵੀ ਚੀਜ਼, ਐਂ ਤਾਂ ਹੁਣ ਮਾਇਆ ਵੀ ਕੀ ਮਾੜੀ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੋ ਜੇ ਤਾਂ ਮਾਇਆ ਵਾਲੇ ਬੰਦੇ ਵੀ ਤਾਂ ਮਤਲਬ ਪਰਮ ਪਦ ਪਾਉਂਦੇ ਨੇ, ਉਹਨਾਂ ਨੂੰ ਵੀ ਤਾਂ ਉਹ ਜਾਗਰਤੀ ਆਉਂਦੀ ਹੈ। ਤੇ ਇਸ ਕਰਕੇ ਨਾ ਮਤਲਬ ਇਹਨਾਂ ਨੇ ਉਹ ਲਹਿਰ ਦੇ ਵਿੱਚ ਵੀ ਇੱਕ ਵਰਗ ਉਹ ਸੀ ਜਿਹੜਾ ਪੰਥਕ ਧੁਰੇ ਦੇ ਨੇੜੇ ਜਾ ਪਹੁੰਚਿਆ ਸੀ, ਇੱਕ ਵਰਗ ਉਹ ਵੀ ਸੀ ਜਿਹਦਾ ਸਰੂਪ ਪੰਥਕ ਸੀ, ਪਰ ਉਹ ਦੁਨਿਆਵੀ ਉਹਦੇ 'ਚ ਫਸਿਆ ਪਿਆ ਸੀਗਾ, ਧਨ ਤੇ ਜਾਇਦਾਦਾਂ ਦੇ ਮਾਮਲੇ 'ਚ, ਜਿਹਦੇ 'ਚ ਉਹਨਾਂ ਨੇ ਇੱਕ ਬਜ਼ੁਰਗ ਔਰਤ ਦੀ ਕਹਾਣੀ ਦੱਸੀ ਹੈ ਜਿਹੜੀ ਬਹੁਤ ਅਮੀਰ ਸੀ, ਇਹਨਾਂ ਦਾ ਅੱਡਾ ਸੀ। ਉਹ ਅੱਡਾ ਤਾਂ ਬਣਾਇਆ ਬੜੇ ਸ਼ੁੱਧ ਬੰਦਿਆਂ ਵਾਸਤੇ, ਲਹਿਰ 'ਚ ਫਿਰ ਇਹ ਚੱਲ ਪੈਂਦਾ, ਕਿਤੇ ਨਾ ਕਿਤੇ ਰਿਲੈਕਸੇਸ਼ਨ ਹੋ ਜਾਂਦੀ ਹੈ।
ਉਹਦੇ ਤੇ ਹੋਰ ਬੰਦੇ ਵੀ ਆਉਣ ਲੱਗ ਗਏ। ਫਿਰ ਇਹਨਾਂ ਨੇ ਲਿਖਿਆ ਵੀ ਫੈਡਰੇਸ਼ਨ ਵਾਲੇ ਆਉਣ ਲੱਗ ਗਏ। ਫੈਡਰੇਸ਼ਨ ਵਾਲੇ ਪਤਾ ਨਹੀਂ ਇਹਨੇ ਸ਼ਬਦ ਕਿਵੇਂ ਵਰਤਿਆ। ਜਨਰਲੀ ਇਹ ਸੀ ਕਿ ਜਿਹੜੀ ਫੈਡਰੇਸ਼ਨ ਦੇ ਦੋ ਵਰਗ ਜੇ ਮੇਰੇ ਮੁਤਾਬਕ, ਇੱਕ ਜਿਹੜੇ ਖਾੜਕੂ ਧਾਰਾ 'ਚ ਸ਼ਾਮਲ ਹੋ ਗਏ ਬਕਾਇਦਾ, ਪਰ ਫੈਡਰੇਸ਼ਨ ਦਾ ਇੱਕ ਵਰਗ ਖਾੜਕੂ ਧਾਰਾ 'ਚ ਨਹੀਂ ਸੀ ਸ਼ਾਮਲ ਹੋਇਆ। ਉਹ ਹਥਿਆਰ ਚੁੱਕ ਕੇ ਨਹੀਂ ਲੜੇ। ਉਹ ਮੇਨਲੀ ਹੋਰ ਤਰ੍ਹਾਂ ਦੀ ਇੱਛਾ ਪਾਲ ਕੇ ਚੱਲ ਰਹੇ ਸੀ ਕਿ ਇਸ ਤੋਂ ਬਾਅਦ ਸਾਡੀ ਵਾਰੀ ਰਾਜ ਕਰਨ ਦੀ। ਮਤਲਬ ਕਿਤੇ ਨਾ ਕਿਤੇ ਮਨ 'ਚ ਲਾਲਸਾ ਰਾਜ ਦੀ ਪਈ ਸੀ। ਇਹ ਤੱਥ ਇਸ ਤੋਂ ਬਾਅਦ ਜ਼ਾਹਰ ਹੀ ਹੋ ਗਿਆ। ਹੁਣ ਤਾਂ ਉਹ ਬੰਦੇ ਕਿਸ ਹੱਦ ਤੱਕ ਗਏ ਨੇ, ਬੀਜੇਪੀ ਦੇ ਚਰਨੀ ਜਾ ਲੱਗੇ ਨੇ, ਮੋਦੀ ਦੀ ਪਰਿਕਰਮਾ ਕਰੀ ਜਾਂਦੇ ਨੇ। ਪਰ ਉਹ ਜਿਹੜੇ ਨੇ ਫੈਡਰੇਸ਼ਨ ਵਾਲੇ ਲਿਖਿਆ, ਉਹ ਸੀ ਹਥਿਆਰਾਂ ਵਾਲੇ ਸੀ। ਇਹਦਾ ਮਤਲਬ ਇਹ ਨਹੀਂ ਵੀ ਸਾਰੇ ਫੈਡਰੇਸ਼ਨ ਵਾਲੇ ਇਹੋ ਜਿਹੇ ਸੀ। ਇਹ ਕਹਿੰਦਾ ਉਹ ਸੀ ਬੰਦੇ ਜਿਨ੍ਹਾਂ ਨੇ ਰੂਪ ਪੰਥਕ ਧਾਰ ਲਿਆ ਸੀਗਾ, ਪਰ ਉਹ ਧਨ ਜਾਇਦਾਦਾਂ ਦੇ ਜਾਂ ਦੁਨਿਆਵੀ ਜਲਣ ਤੋਂ ਬਾਹਰ ਨਹੀਂ ਸੀ ਨਿਕਲੇ। ਉਹਨਾਂ ਨੇ ਫਿਰ ਉਹ ਬਜ਼ੁਰਗ ਔਰਤ ਦੀ ਸਾਰੀ ਪ੍ਰੋਪਰਟੀ 'ਤੇ ਕਿਵੇਂ ਕਬਜ਼ਾ ਕੀਤਾ, ਹੜੱਪ ਲਿਆ। ਉਹ ਕਿੰਨੀ ਚੰਗੀ ਔਰਤ, ਜੇ ਤੁਸੀਂ ਪੜ੍ਹੋ ਜਿਹੜਾ ਬਜ਼ੁਰਗ ਔਰਤ ਦਾ ਇੱਕ ਚੈਪਟਰ ਹੈ, ਜਿੱਥੇ ਉਹੀ ਪਾਪ ਲੱਗਦਾ ਹੈ, ਇਹੋ ਜਿਹੀ ਗੱਲ ਮਨ 'ਚ ਵੀ ਆਉਣੀ। ਸੋ ਇਹ ਹਿੱਸੇ ਵੀ ਲਹਿਰ 'ਚ ਹੁੰਦੇ, ਸਾਰੀਆਂ 'ਚ ਹੀ ਹੁੰਦੇ ਆ। ਜਿਹੜੇ ਲੈਫਟਿਸਟ ਨੇ ਉਹ ਸ਼ਹੀਦ ਭਗਤ ਸਿੰਘ ਦੀ ਜਿਹੜੀ ਹੈਗੀ ਆ ਨਾ ਆਪਣੀ ਜਥੇਬੰਦੀ ਜਾਂ ਲਹਿਰ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, ਉਸ ਦੇ ਬਾਰੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਊਂਗਾ। ਉਹਦੀ ਇੱਕ ਆਗੂ ਦੀ ਲਿਖੀ ਹੋਈ ਸਵੈ ਕਥਨ। ਉਹ ਕਹਿੰਦਾ ਬੰਦਿਆਂ ਨੇ ਜਾਤੀ ਗਰਜਾਂ 'ਚੋਂ ਡਾਕੇ ਮਾਰੇ ਉਸ ਲਹਿਰ 'ਚ ਵੀ। ਹਾਲਾਂਕਿ ਉਹ ਲਹਿਰ ਐਡੀ ਛੋਟੀ ਸੀ, ਉਂਗਲਾਂ 'ਤੇ ਗਿਣਨ ਜੋਗੇ ਬੰਦੇ ਸੀ ਉਹ। ਇਹ ਤਾਂ ਐਡਾ ਵੱਡੀ ਵਿਸ਼ਾਲ ਧਾਰਾ ਬਣ ਗਈ ਸੀ। ਇੱਥੇ ਤਾਂ ਬੜਾ ਕੁਦਰਤੀ ਹੈ ਇਹ, ਇਸ ਤਰ੍ਹਾਂ ਦੇ ਬੰਦੇ ਆ ਜਾਣੇ। ਉੱਥੇ ਉਹ ਕੁਦਰਤੀ ਨਹੀਂ, ਉੱਥੇ ਕੋਈ ਹੋਰ ਗੜਬੜ ਹੈ। ਇੰਨੇ ਥੋੜ੍ਹੇ ਜਿਹੇ ਬੰਦਿਆਂ 'ਚੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਵਾਪਰ ਜਾਣੀਆਂ। ਫਿਰ ਉਹ ਕਹਿੰਦਾ ਵੀ ਸਾਡੇ ਆਗੂ 7 ਵਾਅਦਾ ਮੁਆਫ ਗਵਾਹ ਬਣੇ। ਅਜੇ ਘੋਸ਼ ਨੇ ਲਿਖਿਆ, ਜਿਹੜਾ ਉਹਨਾਂ ਦੇ ਉੱਪਰਲੇ ਲੀਡਰਾਂ 'ਚੋਂ ਸੀ ਅਤੇ ਮੁੜ ਕੇ CPI ਦਾ ਜਨਰਲ ਸੈਕਟਰੀ ਬਣਿਆ ਸੀ। ਕੋਈ ਆਮ ਬੰਦਾ ਨਹੀਂ ਸੀ, ਵਿੱਚ ਰਿਹਾ। ਕਹਿੰਦਾ 7 ਬੰਦੇ ਵਾਅਦਾ ਮੁਆਫ ਬਣੇ, 2 ਸੈਂਟਰਲ ਕਮੇਟੀ ਮੈਂਬਰ। ਸੋ ਇਹ ਗੱਲਾਂ ਜੇ ਉੱਥੇ ਵਾਪਰ ਸਕਦੀਆਂ ਤਾਂ ਐਡੀ ਵੱਡੀ ਲਹਿਰ ਦੇ ਵਿੱਚ ਤਾਂ ਇਹ ਵਾਪਰੂ। ਪਰ ਉਹੀ ਗੱਲ, ਲਹਿਰ ਉੱਥੋਂ ਡਿਫਾਈਨ ਨਹੀਂ ਹੋਣੀ। ਜਿਵੇਂ ਸ਼ਹੀਦ ਭਗਤ ਸਿੰਘ ਦੀ ਲਹਿਰ, ਉਹ ਜੈ ਗੋਪਾਲ ਤੋਂ ਜਿਹੜਾ ਵਾਅਦਾ ਮੁਆਫ ਬਣਿਆ ਸੀ, ਉਹ ਤੋਂ ਡਿਫਾਈਨ ਨਹੀਂ ਹੋਣੀ। ਉਹ ਭਗਤ ਸਿੰਘ ਤੇ VK ਦੱਤ ਤੇ ਸੁਖਦੇਵ ਹੋਰਾਂ ਤੋਂ ਹੀ ਹੋਣੀ ਹੈ, ਜਾਂ ਚੰਦਰ ਸ਼ੇਖਰ ਆਜ਼ਾਦ ਤੋਂ। ਜਿਹੜੇ ਬੰਦੇ ਉਹਨੂੰ ਇੱਕ ਹਮਦਰਦੀ ਦੀ ਨੁਕਤਾ ਨਜ਼ਰ ਤੋਂ ਦੇਖਣਗੇ, ਜਿਹੜੇ ਦੁਖੀ ਨੇ, ਉਹ ਤਾਂ ਫਿਰ ਉਹ ਕੰਮ ਕਰਨਗੇ। ਇਸ ਪੱਖੋਂ ਜਿਹੜੇ ਪੰਜਾਬ ਦਾ ਲੈਫਟਿਸਟ ਹੈ ਨਾ, ਉਹਨੇ ਇਹ ਬਹੁਤ ਮਾੜਾ ਰੋਲ ਨਿਭਾਇਆ। ਇੰਨਾ ਕੁਛ ਗਲਤ ਲਿਖਿਆ ਲਹਿਰ ਬਾਰੇ ਉਦੋਂ ਤੋਂ ਹੀ, ਆਪਦੇ ਪਰਚਿਆਂ 'ਚ, ਆਪਦੇ ਭਾਸ਼ਣਾਂ 'ਚ, ਆਪਦੀਆਂ ਕਾਨਫਰੰਸਾਂ 'ਚ ਬਹੁਤ ਭੜਕਾਹਟ ਭਰਿਆ ਸੀ। ਇਹਨਾਂ ਨੇ ਉਹ ਕਵਰ ਵੀ ਕੀਤਾ। ਕੁਛ ਹੱਦ ਤੱਕ ਤਾਂ ਇੰਟਰਵਿਊ ਦੇ ਵਿੱਚ ਵੀ ਦੱਸਿਆ ਬੰਦੇ ਕਿਉਂ ਮਾਰਨੇ ਪੈ ਗਏ। ਅਫਸੋਸ ਵੀ ਜ਼ਾਹਰ ਕੀਤਾ ਭਾਈ ਦਲਜੀਤ ਸਿੰਘ ਨੇ ਵੀ ਹਾਲਾਂਕਿ ਉਹ ਵੀ ਤਾਂ ਸਟੇਟ ਵਿਰੋਧੀ ਸੀਗੇ, ਪਰ ਉਹ ਭਟਕ ਗਏ। ਉਹੀ ਜਿਹੜੀ ਧਰਮ ਤੋਂ ਚਿੜ ਹੋ ਜਾਣੀ, ਧਰਮ ਤੋਂ ਚਿੜ ਨਾਲੋਂ ਵੱਧ ਮੈਨੂੰ ਇਹ ਲੱਗਦਾ ਜਿਹੜਾ ਰਾਸ਼ਟਰਵਾਦ ਹੈ ਨਾ, ਉਹਨੇ ਖਾ ਲਈ ਲਹਿਰ। ਇਹ ਪ੍ਰੋਬਲਮ ਹੈ। ਹਾਂਜੀ, ਇਹਨੂੰ ਇਸ ਤਰ੍ਹਾਂ ਮੈਂ ਤਾਂ ਇਹਨਾਂ 'ਚੋਂ ਕੁਛ ਜਿਹੜਾ ਆਪਾਂ ਨਮੂਨੇ ਮਾਤਰ ਦੀਆਂ ਗੱਲਾਂ ਅਜੇ ਆਈਆਂ, ਇਹ ਤਾਂ ਬਹੁਤ ਕੁਛ ਖੁੱਲ੍ਹਣਾ ਲਹਿਰ ਦਾ। ਸੋ ਹਾਲੇ ਤਾਂ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਵੀ ਹਾਲੇ ਤਾਂ ਮੁੱਢਲੀਆਂ ਹੀ, ਹਾਲੇ ਤਾਂ ਗੱਲਾਂ ਖੁੱਲ੍ਹਣੀਆਂ ਹੀ ਸ਼ੁਰੂ ਹੋਈਆਂ ਨੇ।
ਤੇ ਜਦੋਂ ਆਪਾਂ ਖਾਲਸੇ ਦਾ ਇੱਕ ਕਨਸੈਪਟ ਹੈਗਾ ਹੰਨੇ ਹੰਨੇ ਮੀਰੀ ਦਾ, ਹਾਂਜੀ ਪਰ ਫਿਰ ਵੀ ਜਦੋਂ ਆਪਾਂ ਦੇਖਦੇ ਹਾਂ ਵੀ ਕਿਸੇ ਵੀ ਕੌਮ ਨੇ ਕੌਮ ਦਾ ਪ੍ਰਗਟਾਵਾ ਉਹਦੇ ਆਗੂ ਰਾਹੀਂ ਉਹ ਹੀ ਹੁੰਦਾ ਹੈ, ਜਾਂ ਜਿਹਦੇ ਮਗਰ ਆਮ ਲੋਕੀ ਲਾਮਬੰਦ ਹੁੰਦੇ ਨੇ ਅਤੇ ਫਿਰ ਕੌਮ ਦੇ ਕਾਰਜ ਕੀਤੇ ਜਾਂਦੇ ਨੇ। ਜਿਵੇਂ ਕਿ ਅਸੀਂ ਹੁਣ ਜਾਣਦੇ ਹੀ ਹਾਂ ਕਿ ਬਹੁਤ ਚਿਰ ਤੋਂ ਕੌਮ ਇੱਕ ਆਗੂ ਨੂੰ ਤਰਸ ਰਹੀ ਹੈ। ਭਾਈ ਦਲਜੀਤ ਸਿੰਘ ਦਾ ਹੁਣ ਪਬਲਿਕ ਲਾਈਫ ਦੇ ਵਿੱਚ ਆਉਣਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਹੁਣ ਕੌਮ ਉਹਨਾਂ ਤੋਂ ਕੀ ਆਸ ਦੀ ਉਮੀਦ, ਕੀ ਉਮੀਦ ਲਾਈ ਬੈਠੀ ਹੈ ਇੱਕ ਆਗੂ ਵਜੋਂ? ਦੇਖੋ ਰਮਨੀਕ ਸਿੰਘ ਇਹ ਬਹੁਤ ਟੇਢਾ ਸੌ, ਮੈਂ ਇਸ ਗੱਲ ਦਾ ਸਪੈਸੀਫਿਕ ਜਵਾਬ ਤਾਂ ਨਹੀਂ ਦੇ ਸਕਦਾ, ਕਿਉਂਕਿ ਆਈ ਐਮ ਨਾਟ ਇਨ ਏ ਪੋਜੀਸ਼ਨ ਔਰ ਕਪੈਸਿਟੀ, ਹੈ ਨਾ। ਮੈਂ ਕੌਣ ਆ ਮਤਲਬ ਉਹਨਾਂ ਦੇ ਬਿਹਾਫ 'ਤੇ ਬੋਲਣ ਵਾਲਾ। ਪਰ ਮੈਨੂੰ ਇਹ ਲੱਗਦਾ ਵੀ ਇੱਕ ਗੱਲ ਦੇ ਵਿੱਚ ਜਿਹੜੇ ਕੁਛ ਆਮ ਜੀਆਂ ਸੱਚਾਈਆਂ ਵੀ ਹੈਗੀਆਂ, ਜਿਹੜੀਆਂ ਸਾਰੀ ਦੁਨੀਆ 'ਚ ਹੀ ਜੋ ਇਨਕਲਾਬੀ ਲਹਿਰਾਂ ਦੇ ਤਜਰਬੇ 'ਚੋਂ ਪ੍ਰਗਟ ਹੋਈਆਂ, ਉਹਦੇ 'ਚ ਇਹ ਹੈ ਕਿ ਇੱਕ ਤਾਂ ਉਹ ਦੌਰ ਜੁਝਾਰੂ ਦੌਰ, ਇੱਕ ਉਦੋਂ ਬਾਅਦ ਫਿਰ ਦੌਰ ਸ਼ੁਰੂ ਹੁੰਦਾ। ਮਤਲਬ ਜੇ ਤਾਂ ਉਹ ਲਹਿਰ ਜਿੱਤ ਤੱਕ ਪਹੁੰਚ ਜੇ ਫਿਰ ਤਾਂ ਕਹਾਣੀ ਹੋਰ ਹੈ। ਜਦੋਂ ਉਹ ਲਹਿਰ ਫੇਲ ਹੋ ਜਾਂਦੀ ਹੈ ਇਨ ਦੀ ਸੈਂਸ ਕਿਵੇਂ ਨਾ ਕਿਵੇਂ, ਜਿਹੜਾ ਉਹਦਾ ਫਿਰ ਫਾਲ ਆਊਟ ਹੈ ਨਾ, ਉਹਦੇ ਅਸਰ ਨੂੰ ਈਵਨ ਮਨੋਵਿਗਿਆਨਕ ਵੀ ਬਹੁਤ ਹੁੰਦੇ ਹੈ। ਅਤੇ ਉਹਦੇ 'ਚ ਕੁਛ ਕੁ ਗੱਲਾਂ ਜਿਹੜੀਆਂ ਮੈਂ ਕਹਿ ਸਕਦਾ ਕਿ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਜਿਹੜੀ ਸਟੇਟ ਹੈ ਉਹ ਸਾਡੇ ਨਾਲੋਂ ਵੱਧ ਸਿਆਣੀ ਹੁੰਦੀ ਹੈ ਲਹਿਰ 'ਚੋਂ। ਪਹਿਲੀ ਵਾਰ ਉਹਨੂੰ ਪਤਾ ਨਹੀਂ ਹੁੰਦਾ, ਅਵੇਸਲੀ ਜੀ ਹੁੰਦੀ ਹੈ ਵੀ ਕੀ ਹੋ ਜੂ, ਉਹਨੂੰ ਨਹੀਂ ਪਤਾ ਹੁੰਦਾ ਵੀ ਐਡੀ ਵੱਡੀ ਲਹਿਰ ਬਣ ਜੂਗੀ। ਜਿਵੇਂ ਕਾਟ ਅਨਅਵੇਅਰ ਅੰਗਰੇਜ਼ੀ 'ਚ ਕਹਿੰਦੇ ਆਪਾਂ, ਪਰ ਉਦੋਂ ਬਾਅਦ ਉਹ ਤਜਰਬਾ ਸਿੱਖ ਲੈਂਦੀ ਹੈ। ਸਟੇਟ ਕਿਤੇ ਮਜ਼ਬੂਤ ਹੋ ਕੇ ਨਿਕਲਦੀ ਹੈ ਬਹੁਤ, ਕਈ ਗੁਣਾ, ਕਈ ਪੱਖਾਂ ਤੋਂ। ਸੋ ਮੇਰਾ ਇਹ ਵਿਸ਼ਵਾਸ ਹੈ ਕਿ ਉਸ ਲਹਿਰ ਦੇ ਨਾਇਕ ਨੂੰ ਜੇ ਉਹ ਬਚ ਰਿਹਾ, ਉਹ ਉਹਨੂੰ ਦੁਬਾਰਾ ਨਾਇਕ ਨਹੀਂ ਬਣਨ ਦਿਓ, ਜਿਹੜੀ ਪਬਲਿਕ ਲਾਈਫ ਦੇ ਵਿੱਚ ਵਿਚਰ ਕੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਹ ਜਿਹੜੀ ਬਿਲੀਫਿਕੇਸ਼ਨ ਕੰਪੇਨ ਚੱਲੀ ਹੈ ਭਾਈ ਦਲਜੀਤ ਸਿੰਘ ਦੀ ਕਿਰਦਾਰ ਕੁਸ਼ੀ ਦੀ, ਇਹਦੇ 'ਚ ਲੁਕਮਾ ਹੱਥ ਹੈ ਕਿਤੇ। ਉਹ ਚਾਹੁੰਣਗੇ ਕਿ ਇਹ ਸਾਰੇ ਟਾਰਨਿਸ਼ ਹੋਣ। ਸੰਤਾਂ ਬਾਰੇ ਵੀ ਇਹੀ ਕੀਤਾ ਸੀ, ਜਿੰਦੇ ਸੂਰਿਆਂ ਬਾਰੇ ਬਹੁਤ ਕੀਤਾ, ਹੋਰਾਂ ਬਾਰੇ ਵੀ ਕੀਤਾ, ਕਹਾਣੀਆਂ ਬੜੀਆਂ ਚਲਾਈਆਂ। ਚਲੋ ਤਾਂ ਜਦੋਂ ਸ਼ਹੀਦ ਹੋ ਜਾਂਦਾ ਬੰਦਾ ਮੂੰਹ ਬੰਦ ਹੋ ਜਾਂਦੇ। ਸੰਤਾਂ ਬਾਰੇ ਬਹੁਤ ਮੂੰਹ ਬੰਦ ਹੋਏ, ਦੂਜੇ ਜੁਝਾਰੂਆਂ ਬਾਰੇ ਵੀ। ਸੋ ਮੈਂ ਤੈਨੂੰ ਇਹ ਦੇਖਦਾ ਕਿ ਸਭ ਤੋਂ ਵਧੀਆ ਜਿਹੜੀ ਆਦਰਸ਼ਕ ਗੱਲ ਹੁੰਦੀ ਹੈ ਉਹ ਤਾਂ ਇਹ ਵੀ ਬੰਦਾ ਸ਼ਹੀਦ ਹੋ ਜੇ। ਇਸ ਤਰ੍ਹਾਂ ਦੀ ਲਹਿਰ ਤੋਂ, ਇਹ 'ਚੋਂ ਬਚ ਰਹਿਣਾ, ਇਹ ਬਹੁਤ ਵੱਡਾ ਸੰਤਾਪ ਉਹ ਭੋਗਣਾ ਪੈਂਦਾ ਕਿੰਨੇ ਰੂਪਾਂ 'ਚ। ਉਹ ਦੂਜੇ ਬੰਦੇ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ, ਖਾਸ ਕਰਕੇ ਜਿਹੜਾ ਬੰਦਾ ਸੰਵੇਦਨਸ਼ੀਲ ਹੈ। ਇੱਕ ਤਾਂ ਯਾਰ ਕਿੰਨੇ ਤੁਹਾਡੇ ਨੇੜਲੇ ਸਾਥੀ ਸ਼ਹੀਦ ਹੋ ਚੁੱਕੇ ਹੁੰਦੇ, ਉਹ ਦਰਦ ਨੂੰ ਲਗਾਤਾਰ ਨਾਲ ਲੈ ਕੇ ਜਿਉਣਾ ਇੰਨਾ, ਉਹ ਯਾਦ ਨੂੰ ਐਡੀ, ਉਹ ਕੋਈ ਛੋਟੀ ਗੱਲ ਥੋੜ੍ਹਾ। ਪੈਰ ਤੇ ਉਹ ਤਾਂ ਤੁਹਾਨੂੰ ਕਰਦੀ ਹੈ ਡਿਸਟਰਬ। ਦੂਜੀ ਗੱਲ ਇਹ ਹੈ ਕਿ ਉਹ ਸਮਾਂ ਤੇ ਅਗਲਾ ਸਮਾਂ ਬੜਾ ਬੇਰਹਿਮ ਹੁੰਦਾ ਹੈ। ਉੱਥੇ ਕੋਈ ਖੰਘ ਨਹੀਂ ਸਕਦਾ ਸੀ ਬਿਲਕੁਲ, ਤੇ ਖੰਘਣ ਦਿੰਦੇ ਵੀ ਨਹੀਂ ਸੀ। ਹੱਥ 'ਚ ਤਾਂ ਗਨ ਸੀ,
ਗਨ ਬੜਾ ਕੁਛ ਸਾਫ਼ ਕਰ ਦਿੰਦੀ ਹੈ। ਜਦੋਂ ਗਨ ਬੰਦ ਹੁੰਦੀ ਹੈ ਨਾ ਫਿਰ ਬੜੇ ਸਿਰ ਚੁੱਕਦੇ ਨੇ ਬੰਦੇ। ਉਹ ਚੱਲਣਾ ਬਹੁਤ ਜਲਾਲਤ ਹੁੰਦੀ। ਉਹ ਸਭ ਤੋਂ ਵੱਡਾ ਸੰਤਾਪ। ਉਹ ਸਾਰਿਆਂ ਨੂੰ ਸੁਣਨੀਆਂ ਪੈਂਦੀਆਂ, ਚੱਲਣੀਆਂ ਪੈਂਦੀਆਂ। ਉਹ ਭਾਈ ਦਲਜੀਤ ਸਿੰਘ ਨੂੰ ਸਭ ਤੋਂ ਵੱਧ ਚੱਲਣੀਆਂ ਪਈਆਂ। ਸੋ ਮੈਂ ਵੀ ਇਹ ਕੋਈ ਇਹ ਤਾਂ ਬਹੁਤ ਵੱਡਾ ਕਹਿ ਲਓ ਕਿ ਸ਼ਹੀਦ ਹੋ ਜੇ ਤਾਂ ਗੱਲ ਖਤਮ। ਮੁੜ ਕੇ ਜਿਉਣਾ ਤਾਂ ਹਰ ਰੋਜ਼ ਮਰਨ ਵਾਲੀ ਗੱਲ ਹੈ। ਕਿੰਨੇ ਰੂਪਾਂ 'ਚ ਮੈਂ ਕਈ ਬੰਦੇ ਦੇਖੇ ਨੇ। ਸੁਰਿੰਦਰਪਾਲ ਸਿੰਘ ਇਹਨਾਂ ਦਾ ਬਹੁਤ ਨੇੜਲਾ ਸਾਥੀ ਸੀ। ਮੈਂ ਉਹਦੇ ਬਹੁਤ ਨੇੜੇ ਵਿਚਰਿਆ। ਉਹਨੂੰ ਮੈਂ ਦੇਖਿਆ ਉਹ ਕਿੰਨੀ ਦਰਦ 'ਚੋਂ ਨਿਕਲਿਆ। ਜੋ ਕੁਛ ਉਹਨੂੰ ਮੁੜ ਕੇ ਦੇਖਣਾ ਪਿਆ। ਸਮਾਂ ਬਦਲ ਜਾਂਦਾ ਨਾ, ਲੋਕ ਬਦਲ ਜਾਂਦੇ। ਉਦੋਂ ਤੁਹਾਡਾ ਹੋਰ ਤਰ੍ਹਾਂ ਦੀਆਂ ਰੂਹਾਂ ਨਾਲ ਵਾਹ ਪੈ ਰਿਹਾ ਹੁੰਦਾ। ਇੱਥੇ ਤੁਹਾਡਾ ਬਹੁਤ ਹੀ ਇਨਫੀਰੀਅਰ ਐਲੀਮੈਂਟਾਂ ਨਾਲ ਜਿਉਣਾ ਪੈਂਦਾ ਹੈ। ਫਿਰ ਕੀ ਕੁਛ ਚੱਲਣਾ ਤੇ ਸੁਣਨਾ ਪੈਂਦਾ ਹੈ। ਸੋ ਇਹ ਇੱਕ ਤਾਂ ਇਸ ਪੱਖੋਂ ਵੀ ਭਾਈ ਦਲਜੀਤ ਸਿੰਘ ਨੂੰ ਸਟੇਟ ਨਹੀਂ। ਦੂਜੀ ਗੱਲ, ਉਹਨਾਂ ਨੇ ਆਪਣੀ ਇੰਟਰਵਿਊ 'ਚ ਸਾਫ਼ ਕਰਤੀ, ਜਿਹੜੀ ਪ੍ਰੋ ਪੰਜਾਬ TV ਤੇ ਹੈ, ਕਿ ਉਹਦਾ ਟੈਂਪਰਾਮੈਂਟ, ਉਹਦਾ ਸੁਭਾਅ ਕਿਹੋ ਜਿਹਾ ਹੈ। ਉਹਦਾ ਸੁਭਾਅ ਹੀ ਨਹੀਂ ਫਰੰਟ ਤੇ ਆ ਗਈ ਅਗਵਾਈ ਦੇਣੀ। ਉਹ ਪਿੱਛੇ ਰਹਿਣੇ ਮੁੱਢ ਤੋਂ। ਇਹ ਸੁਭਾਅ ਹੁੰਦੇ। ਉਹ ਸੁਭਾਅ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜਿਵੇਂ ਕਹਿੰਦਾ ਚੀਜ਼ਾਂ ਦੇ ਭਾਅ ਬਦਲ ਸਕਦੇ ਆ, ਸੁਭਾਅ ਨਹੀਂ ਬਦਲੇ ਜਾਂਦੇ। ਆਦਤਾਂ ਬਦਲ ਜਾਂਦੀਆਂ। ਤੁਹਾਨੂੰ ਸੈਰ ਦੀ ਆਦਤ ਨਹੀਂ, ਸੈਰ ਦੀ ਆਦਤ ਪਾ ਲਓਗੇ। ਟੈਂਪਰਾਮੈਂਟ ਨਹੀਂ ਤੁਸੀਂ ਬਦਲ ਸਕਦੇ ਬਹੁਤਾ। ਸੋ ਇੱਕੋ ਸੁਭਾਅ ਪੱਖੋਂ ਇਹ ਕੰਮ ਵਾਲਾ ਹੈ ਨਹੀਂ। ਇੱਥੇ ਮੇਰੀ ਇਹ ਧਾਰਨਾ ਹੈ, ਮਤਲਬ ਹੁਣ ਪੰਜਾਬ ਦੇ ਵਿੱਚ ਜੋ ਮੌਜੂਦਾ ਮਾਹੌਲ ਹੈ, ਜਿਹੜਾ ਹੁਣ ਫੇਜ਼ ਚੱਲ ਰਿਹਾ, ਜਿਹੜੇ ਫੇਜ਼ 'ਚੋਂ ਅਸੀਂ ਲੰਘ ਰਹੇ ਹਾਂ ਇਤਿਹਾਸ ਦੇ 'ਚੋਂ, ਇਹਦੀ ਆਪਦੀ ਵਿਸ਼ੇਸ਼ਤਾ ਹੈ। ਇਸ ਨੂੰ ਸਮਝਣਾ, ਇਸ ਰੌਣ ਨਾਲ, ਇਸ ਬਹਿਣ ਨਾਲ ਇਕਸੁਰ ਹੋਣਾ। ਜਿਹੜਾ ਬੰਦਾ ਇਕਸੁਰ ਨਹੀਂ ਹੋ ਸਕੂ ਨਾ, ਉਹ ਲੱਖ ਕਹੀ ਜਾਵੇ, ਛਾਵਾਂ ਪਾਲੀ ਜਾਵੇ, ਉਹ ਨਹੀਂ ਚੱਲ ਸਕੂ। ਸੋ ਇਹਨੂੰ ਸਮਝਣਾ ਸਾਰੇ ਕੁਛ। ਸੋ ਮੈਨੂੰ ਇਹ ਲੱਗਦਾ ਹੈ ਕਿ ਅੱਜ ਜਿਹੜੀ ਯੂਥ ਹੈ, ਨਵਾਂ ਆ ਗਿਆ ਜਿਹੜਾ ਕਿਸਾਨ ਅੰਦੋਲਨ ਦੇ ਦੌਰਾਨ ਪ੍ਰਗਟ ਹੋਇਆ, ਰੂਪਮਾਨ ਹੋਇਆ, ਕ੍ਰਿਸਟਲਾਈਜ਼ ਹੋਇਆ, ਉਹਨੇ ਜੋ ਕੁਛ ਦਿਖਾਇਆ ਪਿਛਲੇ ਸਾਰੇ ਪੀਰੀਅਡ 'ਚ, ਉਹਦੀ ਜਿਹੜੀ ਚੇਤਨਤਾ ਨਾ, ਉਹ ਇੱਕਦਮ ਮਤਲਬ ਹੈਰਾਨ। ਮੈਂ ਖੁਦ ਹੈਰਾਨ ਹੁੰਦਾ। ਕਿਉਂਕਿ ਜਦੋਂ ਇਤਿਹਾਸ ਦੇ ਇਹੋ ਜਿਹੇ ਦੌਰ ਆਉਂਦੇ ਨਾ, ਜਿਹੜੀਆਂ ਗੱਲਾਂ ਤੁਸੀਂ ਦਹਾਕਿਆਂ ਸਿੱਖਣੀਆਂ ਹੁੰਦੀਆਂ, ਉਹ ਤੇ ਹਫ਼ਤਿਆਂ ਸਿੱਖਦੇ ਆ ਬੰਦੇ। ਇੰਨੀ ਤੇਜ਼ੀ ਨਾਲ ਬੰਦੇ ਗ੍ਰਹਿਣ ਕਰ ਰਹੇ। ਸੋ ਜਿਹੜੀ ਗੱਲ ਤੇ ਸਾਨੂੰ ਅੱਗੇ ਦੱਸਣ ਨੂੰ ਜ਼ੋਰ ਲੱਗਿਆ ਵੀ ਸਟੇਟ ਦਾ ਖਾਸਾ ਪਛਾਣੋ, ਸਟੇਟ ਦਾ ਪਛਾਣੋ, ਉਹ ਤਾਂ ਬੰਦੇ ਬਹੁਤ ਕਲੀਅਰ ਹੋ ਗਏ। ਸਟੇਟ ਦਾ ਬਹੁਤ ਵਿਰਾਟ ਰੂਪ ਉਹਨਾਂ ਨੇ ਦੇਖ ਲਿਆ ਤੇ ਸਮਝ ਆ ਗਿਆ। ਹੁਣ ਉਹਨਾਂ ਨੂੰ ਇਹ ਨਹੀਂ ਕਿ ਬਾਦਲ ਕੁਛ ਹੋਰ ਹੈ, ਅਮਰਿੰਦਰ ਕੁਛ ਹੋਰ ਹੈ, ਭਗਵੰਤ ਮਾਨ ਜਾਂ ਕੇਜਰੀਵਾਲ ਕੁਛ ਹੋਰ ਹੈ। ਉਹਦੇ ਚਿਹਰੇ ਹੀ ਹੈ। ਇਹ ਚੇਤਨਤਾ ਛੋਟੀ ਨਹੀਂ। ਇੱਕ ਉਹ ਮੌਕਾ ਸੀ ਜਦੋਂ ਨਰਸਿਮਹਾ ਰਾਓ ਬਣਿਆ ਇੰਦਰਾ ਗਾਂਧੀ ਤੋਂ ਬਾਅਦ। ਸਾਡੇ ਇੱਕ ਬਹੁਤ ਵੱਡੇ ਵਿਦਵਾਨ ਨੇ, ਸਾਬਕਾ IAS ਨੇ ਬਿਆਨ ਦਿੱਤਾ ਸੀ ਕਿ ਸਿੱਖਾਂ ਵਾਸਤੇ ਖੁਸ਼ਖਬਰੀ ਹੈ, ਕਿਉਂਕਿ ਜਿੰਨੀਆਂ ਮੁਸੀਬਤਾਂ ਸਿੱਖਾਂ ਵਾਸਤੇ ਆਈਆਂ ਉਹ ਇੰਦਰਾ ਪਰਿਵਾਰ ਨੇ। ਤੇ ਮੈਂ ਆਂਧਰਾ ਦੇ ਵਿੱਚ ਤੈਨਾਤ ਰਿਹਾ। ਮੈਂ ਨਰਸਿਮਹਾ ਰਾਓ ਨੂੰ ਜਾਣਦਾ। ਉਹ ਬਹੁਤ ਸੁਹਿਰਦ ਹੈ ਸਿੱਖਾਂ ਪ੍ਰਤੀ। ਉਹਦੀ ਸੁਹਿਰਦਤਾ 1 ਸਾਲ 'ਚ ਪਤਾ ਲੱਗ ਗਈ ਸੀ। 91 'ਚ ਆਇਆ ਤੇ ਸਭ ਤੋਂ ਵੱਧ ਜ਼ਬਰ ਜਿਹੜਾ ਉਹ 91, 92, 93 'ਚ ਹੋਇਆ ਹੈ ਉਹਦੇ ਰਾਜਕਾਲ 'ਚ। ਉਦੋਂ ਚੇਤਨਤਾ ਦਾ ਪੱਧਰ ਆ ਸੀ। ਹੁਣ ਤਾਂ ਪਿੰਡਾਂ ਦੇ ਯਾਰ ਆਪਣੇ ਸੁਧਾਰ ਨੂੰ ਮੁੰਡੇ ਜਿਹੜੇ ਉਹ, ਇਹ ਚੇਤਨਤਾ ਲਿਜਾਣ 'ਚ ਦੀਪ ਸਿੱਧੂ ਦਾ ਬਹੁਤ ਵੱਡਾ ਰੋਲ ਹੈ। ਹਲੇ ਇਹਨੂੰ ਦੂਰ ਤੱਕ ਲਿਜਾਣ 'ਚ ਇਹ ਸੱਚ ਦਾ ਪਿਆ ਸੀ। ਕਹਿ ਰਹੇ ਸੀਗੇ, ਬੜੇ ਚਿਰ ਤੋਂ ਸਮਝਾਉਣ ਦੇ ਯਤਨ ਹੋ ਰਹੇ ਸੀ
ਪਰ ਉਹਨੂੰ ਤੁਸੀਂ ਲੋਕਾਂ ਦੇ ਹਿਰਦਿਆਂ 'ਚ ਬਾੜ ਦੇਣੀ ਗੱਲ। ਹੁਣ ਤਾਂ ਇਹ ਉਹਨਾਂ ਨੂੰ ਪਤਾ ਲੱਗ ਗਿਆ ਹੈ। ਉਹ ਤਾਂ ਹੁਣ ਹੋਰ ਤਰ੍ਹਾਂ ਦੀ ਲੜਾਈ ਲੜਨ ਦੇ ਰੌਂ 'ਚ ਨਾ, ਬਣ ਸਕੇ ਕੁਛ ਨਾ ਬਣ ਸਕੇ, ਇਹ ਹਮੇਸ਼ਾ ਇਹ ਨਹੀਂ ਹੁੰਦਾ। ਇੰਨੀਆਂ ਕੈਲਕੂਲੇਸ਼ਨਾਂ, ਇੰਨੇ ਰੈਸ਼ਨਲ ਅੰਦਾਜ਼ੇ ਜੇ ਲਾ ਕੇ ਨਹੀਂ ਜੰਗਾਂ ਲੜੀਆਂ ਜਾਂਦੀਆਂ ਹਰ ਵੇਲੇ। ਕੁਛ ਮੌਕੇ ਇਹੋ ਜਿਹੇ ਵੀ ਆਉਂਦੇ। ਸੋ ਮੈਨੂੰ ਇਹ ਲੱਗਦਾ ਕਿ ਅੱਜ ਦੇ ਦੌਰ 'ਚ ਸਿੱਖਾਂ ਨੂੰ ਉਹ ਲੀਡਰ ਮਕਬੂਲ ਹੋ ਜਿਹਦੇ 'ਚ ਬਹੁਤ ਧੜੱਲਾ ਹੋ। ਧੜੱਲੇ ਤੋਂ ਬਿਨਾਂ ਜਦੋਂ ਇਹ ਇਤਿਹਾਸ ਦਾ ਫੇਜ਼ ਖਤਮ ਹੋਊ, ਕਿਤੇ ਹੁੰਦਾ, ਹਰ ਫੇਜ਼ ਨੇ ਖਤਮ ਹੋਣਾ ਹੁੰਦਾ ਹੈ। ਮੇਰੀ ਤਾਂ ਰਮਨੀਕ ਸਿੰਘ ਇਹ ਵੀ ਧਾਰਨਾ, ਪਹਿਲਾਂ ਮੈਂ ਸੋਚਦਾ ਹੁੰਦਾ ਸੀ ਕਿ ਹੁਣ ਬੰਦੇ ਦੇ ਵੱਸ ਦਾ ਰੋਗ ਨਹੀਂ, ਕੋਈ ਰੂਹਾਨੀ ਹਸਤੀ ਆ ਕੇ ਬਦਲ ਸਕਦੀ ਹੈ। ਪਰ ਹੁਣ ਮੈਂ ਸਾਰਾ ਕੁਝ ਦੇਖ ਕੇ ਲੱਗਦਾ ਕਿ ਆਹ ਜਿਹੜਾ ਫੇਜ਼ ਚੱਲ ਰਿਹਾ ਹੈ, ਇੱਥੇ ਰੂਹਾਨੀ ਹਸਤੀ ਨੇ ਨਹੀਂ ਆਉਣਾ। ਇਹ ਇੱਥੇ ਹੋਰ ਤਰ੍ਹਾਂ ਦੇ ਬੰਦੇ ਚੱਲਣਗੇ, ਕਿਉਂਕਿ ਜਿਹੜਾ ਧਾਰਮਿਕ ਰਿਵਾਈਵਲ ਹੈ ਨਾ, ਤੁਹਾਡੇ ਧਰਮ ਦੇ ਵਿੱਚ ਮੁੜ ਕੇ ਉਭਾਰ ਆਉਣਾ, ਸਿੱਖਾਂ ਦੇ, ਸਿੱਖ ਧਰਮ ਦੀ ਇੱਕ ਵਿਸ਼ੇਸ਼ਤਾ ਹੈ। ਤੁਸੀਂ ਇਹਨੂੰ ਹਿਸਟਰੀ 'ਚ ਦੇਖੋ, ਇਹ ਜਦੋਂ ਵੀ ਵੱਡਾ ਉਭਾਰ ਹੈ ਪੋਲੀਟਿਕਸ ਨਾਲ ਜੁੜ ਕੇ ਆਇਆ। ਪੋਲੀਟਿਕਸ ਤੋਂ ਬਿਨਾਂ ਨਹੀਂ। ਇਹ ਜਿਹੜੀਆਂ ਕੁਝ ਸੰਪਰਦਾਵਾਂ ਪੋਲੀਟਿਕਸ ਤੋਂ ਪਾਸੇ ਵੱਟ ਕੇ ਜਾਂ ਸਰਕਾਰ ਦੇ ਨਾਲ ਰਲ ਕੇ ਜੇ ਚੱਲ ਰਹੀਆਂ ਨਾ, ਉਹ ਉਭਾਰ ਨਹੀਂ ਲਿਆ ਸਕਦੀਆਂ, ਉਹ ਆਪਦੇ ਕਾਰੋਬਾਰ ਚਲਾ ਸਕਦੀਆਂ। ਸੰਤ ਕਰਤਾਰ ਸਿੰਘ ਤੇ ਸੰਤ ਭਿੰਡਰਾਂਵਾਲੇ ਜਦੋਂ ਉਹ ਆਏ, ਉਹਨਾਂ ਨੇ ਪੋਲੀਟਿਕਸ ਲਿਆਂਦੀ ਨਾਲ ਜੋੜੀ, ਜਿਹੜੀ ਧਰਮ 'ਚੋਂ ਨਿਕਲਦੀ ਸੀ। ਉਦੋਂ ਵੱਡਾ ਉਭਾਰ ਆਇਆ। ਇਹ ਪਹਿਲਾਂ ਵੀ ਸੀ, ਦਮਦਮੀ ਟਕਸਾਲ ਕਿਤੇ ਅੱਜ ਦੀ ਹੈ, ਅਖੰਡ ਕੀਰਤਨੀ ਜਥਾ ਕਿਤੇ ਅੱਜ ਦਾ। ਇਹ ਭਾਈ ਫੌਜਾ ਸੋਹਰਿਆਂ ਦੇ ਆਉਣ ਨਾਲ ਜਦੋਂ ਪੋਲੀਟਿਕਸ ਦੇ ਵਿੱਚ ਐਂਟਰ ਹੋਈ, ਜੁੜੀ ਗੱਲ ਪੋਲੀਟਿਕਸ ਨਾਲ, ਉਹ ਤੋਂ ਟੁੱਟ ਕੇ ਉਭਾਰ ਇੱਥੇ ਨਹੀਂ ਆਉਣਾ। ਜੇ ਕੋਈ ਬੰਦਾ ਕਹੇ ਨਾ ਮੈਂ ਧਰਮ ਨੂੰ ਮੁੜ ਕੇ ਖੜਾ ਦੂਜੀ ਤਰ੍ਹਾਂ ਕਰ ਲਾਂਗੇ ਅਸੀਂ, ਤਾਂ ਮੈਂ ਕਹਿਣਾ ਵੀ ਜਿਹੜਾ ਇਸ ਧਾਰਾ ਨਾਲ ਨਹੀਂ ਜੁੜੂ, ਇਹਦੀ ਪਛਾਣ ਨਹੀਂ ਕਰੂ ਇਸ ਬਹਿਣ ਨਾਲ, ਜਿਹੜਾ ਅੱਜ ਦਾ ਨੌਜਵਾਨ ਹੈ, ਉਹ ਤੋਂ ਨਹੀਂ ਉਹ ਵੈਕਿਊਮ ਭਰਿਆ ਨਹੀਂ ਜਾਣਾ। ਉਹ ਖਿਲਾ 'ਚ ਉਹ ਕੁਛ ਨਹੀਂ ਕਰ ਸਕਦਾ। ਇਹ ਇੱਕ ਸ਼ਰਤ ਹੈ। ਇਹ ਕਿਸਾਨ ਅੰਦੋਲਨ ਨੇ ਦਿਖਾਤੀ। ਮੇਰੇ ਹਿਸਾਬ 'ਚ ਜਿਹੜਾ 26 ਜਨਵਰੀ ਦਾ ਦਿਨ ਸੀ, ਉਹ ਲਿਟਮਸ ਟੈਸਟ ਸੀ, ਜਿੱਥੇ ਐਨ ਗੱਲ ਨਤਾਰਾ ਹੁੰਦਾ ਸੀ। ਇੱਕ ਪਾਸੇ ਐਸਟੈਬਲਿਸ਼ਡ ਲੀਡਰਸ਼ਿਪ ਹੈ, ਸਮਝ ਲਓ ਅਕਾਲੀ ਲੀਡਰਸ਼ਿਪ ਜਿਵੇਂ ਸੰਤਾਂ ਵੇਲੇ ਸੀ, ਜਿਹੜੇ ਉਹ ਦਾਇਰਿਆਂ 'ਚ ਇੱਕ ਮਰਿਆਦਾ 'ਚ ਰਹਿ ਕੇ ਚੱਲਣਾ ਚਾਹੁੰਦੇ ਸੀ। ਤੇ ਇੱਕ ਐਡਾ ਵੱਡਾ ਵਹਿਣ ਉੱਠਿਆ, ਉਹ ਜਿਹੜਾ 25 ਦੀ ਰਾਤ ਨੂੰ ਪਤਾ ਲੱਗ ਗਿਆ। ਜਿਹੜੇ ਬੰਦੇ 25 ਦੀ ਰਾਤ ਨੂੰ ਪੋਜੀਸ਼ਨ ਨਹੀਂ ਨਾ ਲੈ ਸਕੇ, ਉਹਦੇ ਡਿਵਿੰਡਲ ਹੋਏ, ਡਾਵਾਂਡੋਲ ਹੋਏ, ਉਹ ਲੱਖ ਜ਼ੋਰ ਲਾ ਲੈਣ, ਅੱਜ ਤੱਕ ਉਹਨਾਂ ਦੇ ਪੈਰ ਨਹੀਂ ਲੱਗ ਰਹੇ। ਇਹ ਮੈਨੂੰ ਨਾਂ ਲੈਣਾ ਪੈ ਰਿਹਾ ਲੱਖੇ ਦਾ। ਦੀਪ ਤੇ ਲੱਖੇ 'ਚ ਆ ਫਰਕ ਹੋ ਗਿਆ ਸੀ। ਲੱਖਾ 25 ਦੀ ਰਾਤ ਨੂੰ ਡਾਵਾਂਡੋਲ ਹੋਇਆ, ਪਹਿਲਾਂ ਤੁਰਿਆ ਰਿੰਗ ਰੋਡ ਵਾਲੇ ਪਾਸੇ, ਪਰ ਬੜੇ ਅੱਧ ਮੰਨੇ ਚਿੱਤ ਨਾਲ। ਉੱਥੇ ਮੁੜਿਆ ਗੇੜਾ ਕੱਢ ਕੇ, ਕਿਤੋਂ ਤੁਰ ਤੱਕ ਨਹੀਂ ਗਿਆ। ਇੱਥੇ ਅੱਧ ਮੰਨੇ ਚਿੱਤ ਵਾਲੀ ਗੱਲ ਤਾਂ ਚੱਲਣੀ ਨਹੀਂ। ਹੁਣ ਤਾਂ ਜਾਂ ਉਸ ਪਾਰ ਤੇ ਜਾਂ ਇਸ ਪਾਰ। ਇਹ ਉਦੋਂ ਬਾਅਦ ਕਿਸਾਨ ਅੰਦੋਲਨ ਦਾ ਛਿੜਿਆ ਇਹ ਛੇੜਾ, ਇਹ ਅਜੇ ਕੰਜ਼ੂਮੇਟ ਨਹੀਂ ਹੋਇਆ, ਅਜੇ ਰੁਕ ਨਹੀਂ ਰਿਹਾ ਹੈ। ਹੋਰ ਦੀਪ ਸਿੱਧੂ ਐਡੀ ਛੇਤੀ ਕਿਉਂ ਮਕਬੂਲ ਹੋ ਗਿਆ ਭਲਾ? ਐਡੀ ਕੀ ਖਾਸੀਅਤ ਸੀ? ਕੋਈ ਗੁਰਮਤ ਦੇ ਮਾਪਦੰਡਾਂ ਮੁਤਾਬਕ ਠੀਕ ਉਹਦਾ ਨਹੀਂ ਸੀ ਬਣਦਾ, ਕੁਛ ਪੂਰਾ ਨਹੀਂ ਸੀ ਉਤਰਦਾ, ਪਰ ਇਹਦੇ ਬਾਵਜੂਦ ਲੋਕਾਂ ਨੇ ਕਿਉਂ ਕਬੂਲ ਕਰ ਲਿਆ? ਇੱਥੇ ਤੁਸੀਂ ਲੋਕ ਮਨ ਨੂੰ, ਕੌਮ ਦੇ ਮਨ ਨੂੰ ਬੁੱਝਣਾ ਪੈਂਦਾ। ਉਹਨਾਂ ਨੂੰ ਕਿਸ ਕਿਸਮ ਦੀ ਤਲਾਸ਼ ਹੈ? ਕੌਮ ਕਿਸੇ ਆਪਦੇ ਨਾਇਕ ਦੀ, ਆਪਦੇ ਲੀਡਰ ਦੀ ਤਲਾਸ਼ ਸੀਗੀ। ਉਹ ਜ਼ਰੂਰੀ ਨਹੀਂ ਸੀ ਕਿ ਸੰਤਾਂ ਵਰਗਾ ਹੀ ਦੁਬਾਰਾ ਹੁੰਦਾ। ਉਹ ਹੁੰਦਾ ਤਾਂ ਸੋਨੇ ਤੇ ਸੁਹਾਗੇ ਤੇ ਵਾਲੀ ਗੱਲ ਸੀ, ਪਰ ਇਹ ਮਜਾਜ ਹੁੰਦੇ ਨੇ ਇਤਿਹਾਸ ਦੇ।
ਆਹ ਮਜਾਜ ਇਸ ਤਰ੍ਹਾਂ ਦਾ ਹੈ, ਇੱਥੇ ਇਸ ਤਰ੍ਹਾਂ ਚੱਲਣਾ ਪਊਗਾ। ਤੇ ਜਿਹੜੇ ਬੰਦੇ ਉਹਦੇ 26 ਨੂੰ ਡਾਵਾਂਡੋਲ ਹੋ ਗਏ, ਨਹੀਂ ਗਏ ਰਿੰਗ ਰੋਡ ਤੇ ਜਾਂ ਟੱਟ ਕੇ ਨਹੀਂ ਖੜੇ, ਉਹ ਲੱਖ ਯਤਨ ਲਾਲ ਕਰ ਲੈਣ, ਉਹਨਾਂ ਦੇ ਪੈਰ ਹੁਣ ਇਸ ਦੌਰ 'ਚ ਤਾਂ ਨਹੀਂ ਲੱਗਣੇ ਬਹੁਤੇ, ਚੱਲੀ ਸਾਰੇ ਜਾਣਗੇ, ਮਕਬੂਲ ਉਹੀ ਹੋ। ਹਾਲਾਂਕਿ ਕਿੰਨਾ ਕੁਛ ਪਛਾੜਾਂ ਹੋ ਰਹੀਆਂ ਉਸ ਰੁਝਾਨ ਦੀਆਂ ਵੀ, ਵਾਰਸ ਪੰਜਾਬ ਦੀ ਜਥੇਬੰਦੀ ਦੇ ਧੜੇ ਬਣਨੇ, ਉਹ ਧੜਿਆਂ ਦਾ ਵੀ ਜੋ ਹਾਲ ਹੈ, ਕੁਛ ਵੀ ਹੈ ਉਤਸ਼ਾਹਜਨਕ ਨਹੀਂ ਦੇਖਣ ਨੂੰ, ਪਰ ਕਿਤੇ ਵੀ ਰੌਂ ਦਬ ਨਹੀਂ ਰਿਹਾ ਲੋਕਾਂ ਦਾ। ਆ ਮੱਤੇ ਬਾੜੇ ਪਤਾ ਲੱਗ ਗਿਆ। ਸੋ ਉਦਣ ਦੇ ਗਦਾਰ ਜਿਹੜੇ ਨੇ 26 ਜਨਵਰੀ ਵਾਲੇ, ਉਹ ਹੁਣ ਸਟੇਜਾਂ 'ਤੇ ਉਹ ਪਹਿਲਾਂ ਨੂੰ ਨਹੀਂ ਬੋਲ ਸਕਣਗੇ। ਹੋ ਸਕਦਾ ਹੌਲੀ ਹੌਲੀ ਚੜ੍ਹਨਾ ਹੀ ਬੰਦ ਹੋਵੇ ਜੇ ਇਸ ਤਰ੍ਹਾਂ ਹੀ ਜ਼ੋਰ ਫੜੀ ਗੱਲ। ਜਿਹੜੇ ਉੱਦੇ ਉੱਕ ਗਏ ਨਾ, ਉਹ ਨਹੀਂ ਮਾਫ ਹੋ ਰਹੇ ਅਜੇ ਤੱਕ। ਮੇਰੀ ਇਹ ਧਾਰਨਾ ਹੈ ਕਿ ਇਸ ਦੌਰ ਦੇ ਵਿੱਚ ਉਹ ਲੀਡਰ ਚੱਲੂ ਜਿਹਦੇ 'ਚ ਆਸ ਧੜੱਲਾ ਹੋਊਗਾ। ਇਸ ਵਰਤਮਾਨ ਵਹਿਣ ਨਾਲ ਜਿਹੜਾ ਪੋਲੀਟੀਕਲ ਹੈ, ਇਹਦੇ ਨਾਲ ਉਹ ਇੱਕ ਸੁਰ ਹੋਊ ਜਿਹੜਾ ਇਹ ਤੋਂ ਟੁੱਟ ਕੇ ਧਾਰਮਿਕ ਪ੍ਰਚਾਰ ਉਹ ਕੁਛ ਅਸਰ ਤਾਂ ਪਾ ਸਕਦਾ ਹੈ, ਬਹੁਤਾ ਥੋੜ੍ਹਾ ਜਿਹਾ ਘੇਰੇ ਤੱਕ, ਉਹ ਇੱਕ ਵੱਡੀ ਉਭਾਰ ਨਹੀਂ ਲਿਆ ਸਕਦਾ। ਸਾਰੇ ਇਤਿਹਾਸ 'ਚ ਇਸ ਤਰ੍ਹਾਂ ਹੋਇਆ। ਅਕਾਲੀ ਦਲ ਜਦੋਂ ਬਣਿਆ, ਗੁਰਦੁਆਰੇ ਮੂਵਮੈਂਟਾਂ ਚੱਲੀਆਂ, ਗੁਰਦੁਆਰਿਆਂ ਦੇ ਮੋਰਚੇ ਲੱਗੇ, ਉਦੋਂ ਉਭਾਰ ਆਇਆ। ਫਿਰ ਕਿੱਡਾ ਵੱਡਾ ਗੈਪ ਹੈ ਜਿੱਥੇ ਧਾਰਮਿਕ ਉਭਾਰ, ਸਗੋਂ ਪਤਨ ਹੋ ਰਿਹਾ ਕੌਮ ਦਾ ਧਾਰਮਿਕ। ਸੰਤ 78 'ਚ ਆਏ, ਉੱਧਰੋਂ ਅਖੰਡ ਕੀਰਤਨੀ ਜਥੇ ਦੀ ਧਾਰਾ ਵੀ ਉਹ ਬਣ ਗਈ, ਚੱਲ ਨਾਲ ਜੁੜੀ, ਪਰ ਕੇਂਦਰ ਬਿੰਦੂ ਸੰਤ ਜਰਨੈਲ ਸਿੰਘ ਬਣੇ। ਉਹਨੇ ਇੱਕਦਮ ਸਿਫਤੀ ਤਬਦੀਲੀ ਲਿਆਤੀ। ਸੋ ਪੋਲੀਟਿਕਸ ਤੋਂ ਟੁੱਟ ਕੇ, ਉਸ ਬਹਿਣ ਤੋਂ ਟੁੱਟ ਕੇ ਨਹੀਂ ਕੁਛ ਹੋਣਾ, ਇਹ ਮੇਰੀ ਧਾਰਨਾ ਹੈ। ਸੋ ਬਾਕੀ ਇਹ ਦੇਖੋ ਅਜੇ ਸਮੇਂ 'ਚ ਕਿ ਕੁੱਖ 'ਚ ਕੀ ਕੁਛ ਪਿਆ ਤਾਂ ਦੇਖਿਆ ਜਾਊਗਾ। ਪਰ ਮੇਰੀ ਭਾਈ ਦਲਜੀਤ ਸਿੰਘ ਬਾਰੇ ਇਹੀ ਹੈ ਕਿ ਉਹਨਾਂ ਨੂੰ ਮੇਰਾ ਖਿਆਲ ਉਹ ਆਪ ਹੀ ਕਹਿ ਚੁੱਕੇ ਨੇ ਕਿ ਇਹ ਉਹਨਾਂ ਦੇ ਸੁਭਾਅ ਦਾ ਹਿੱਸਾ ਨਹੀਂ, ਅਤੇ ਅਜਿਹੀ ਉਹ ਕਰਨਗੇ ਵੀ ਨਹੀਂ, ਅਤੇ ਜੋ ਕਰ ਰਹੇ ਨੇ ਉਹਨਾਂ ਨੂੰ ਉਹੀ ਕਰਨਾ ਚਾਹੀਦਾ। ਉਹ ਇੱਕ ਪ੍ਰੇਰਨਾ ਦੇ ਸਰੋਤ, ਉਹਨਾਂ ਦੀ ਪੋਲੀਟੀਕਲ ਸਰਵਾਈਵਲ, ਇਹ ਸਾਡੀ ਲੋੜ ਆ ਹੁਣ, ਉਹਨਾਂ ਨੂੰ ਬਚਾ ਕੇ ਰੱਖਣਾ, ਪੋਲੀਟੀਕਲੀ ਵੀ ਫਿਜ਼ੀਕਲੀ ਵੀ। ਇਸ ਕਰਕੇ ਬਹੁਤ ਇੱਕ ਹਿੱਸਾ ਜਿਹੜੇ ਸੁਹਿਰਦ ਹੋਣ ਪੰਥ ਪ੍ਰਤੀ ਅਤੇ ਭਾਈ ਦਲਜੀਤ ਸਿੰਘ ਪ੍ਰਤੀ ਵੀ, ਇਹ ਬਹੁਤ ਲੋੜ ਹੈ ਕੌਮ ਦੀ, ਉਹਦਾ ਇੱਕ ਰੋਲ ਹੈ। ਮੈਂ ਤੈਨੂੰ ਇਸ ਤਰ੍ਹਾਂ ਜੀ ਦੇਖਦਾ। ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਆਪ ਦੇ ਵਿਲੱਖਣ ਅੰਦਾਜ਼ ਨਾਲ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਕਿਤਾਬ 'ਤੇ ਆਪਣਾ ਪਹਿਲਾ ਪ੍ਰਤੀਕਰਮ ਪੇਸ਼ ਕੀਤਾ, ਅਤੇ ਉਸ ਕਿਤਾਬ ਦੀ ਆਪਣੇ ਹੀ ਅਨੋਖੇ ਅੰਦਾਜ਼ ਨਾਲ ਉਹਦੀ ਵਿਆਖਿਆ ਵੀ ਕੀਤੀ। ਇਸ ਦੇ ਨਾਲ ਹੀ ਜਿਵੇਂ ਆਪ ਜੀ ਨੇ ਸੁਣਿਆ, ਉਹਨਾਂ ਨੇ ਸਿੱਖ ਸਿਆਸਤ ਦੀ ਰਮਜ਼ਾਂ ਨੂੰ ਵੀ ਛੋਹਿਆ। ਇਸ ਕੜੀ 'ਚ ਬਸ ਇੰਨਾ ਹੀ। ਅਗਲੀ ਵਾਰੀ ਫੇਰ ਆਪ ਜੀ ਦੇ ਰੂਬਰੂ ਹੋਵਾਂਗੇ ਇੱਕ ਨਵਾਂ ਕੌਮੀ ਮਸਲਾ ਲੈ ਕੇ। ਉਦੋਂ ਤਾਈਂ ਇਜਾਜ਼ਤ ਬਖਸ਼ੋ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।